कि जी जदों देश की वंड होने के यतन होए तां सब तो वड्डी गल जिहड़ी सी सिख लीडरशिप ने जो की उस समय कि वो देश की वंड किसा कदाचित भी नहीं सी सिख लीडरशिप चाहुंदी। मास्टर तारा सिंह जी ने बार बार यतन किए कि देश की वंड नहीं होनी चाहिए, क्योंकि उन्होंने ज्ञान सी इस गल का कि जे देश की वंड हुई सब तो वध नुकसान जिहड़ा वो सिख कौम नूं झलना पएगा। जम्मू कश्मीर की हालत भी यही है, पंजाब की भी यही है। ਜਦੋਂ जम्मू कश्मीर के अंदर वो ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਪੰਜਾਬ ਵੱਧ ਅਧਿਕਾਰਾਂ ਦੀ ਗੱਲ ਕਰਦਾ, ਇਹਦੇ ਲਈ ਜੰਗ ਲੜਨ ਦਾ ਯਤਨ ਕਰਦਾ, ਜਦੋਜਹਿਦ ਕਰਨ ਦਾ ਯਤਨ ਕਰਦਾ, ਉਦੋਂ ਹੀ ਸਾਨੂੰ ਖਾਲਿਸਤਾਨੀ, ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਕਰਦਾਨਿਆ ਜਾਂਦਾ। ਇਹ ਗੱਲ ਜਿਹੜੀ ਆ ਮਾਈਨੋਰਿਟੀ ਦੇ ਉੱਤੇ ਬੇਵਿਸ਼ਵਾਸੀ ਦਾ ਪ੍ਰਗਟਾਵਾ ਹੈ ਬਹੁ ਗਿਣਤੀ ਵੱਲੋਂ। ਇਹ ਗੱਲ ਚਿੰਤਾਜਨਕ ਹੈ। ਲੇਕਿਨ ਮੈਂ ਇੱਕ ਸਿੱਖ ਹੁੰਦੇ ਹੋਇਆ ਇਸ ਗੱਲ ਦੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਹੈ ਕਿ ਇਹ ਲਾਂਘਾ ਖੁੱਲ੍ਹਣਾ ਚਾਹੀਦਾ, ਜਿਵੇਂ ਉਹਨਾਂ ਨੇ ਪਹਿਲਾਂ ਮੈਗਨੀਵਿਟੀ ਵਿਖਾਈ ਹੈ। ਸਾਨੂੰ ਹੁਣ ਵੀ ਇਹ ਸਾਰੀ ਗੱਲ 'ਤੇ ਵਿਚਾਰ ਕਰਕੇ ਜਲਦੀ ਤੋਂ ਜਲਦੀ ਇਹਨੂੰ ਲਾਂਘਾ ਖੁੱਲ੍ਹਣਾ ਚਾਹੀਦਾ। पंजोली साहब कह रहे हैं कि कैप्टन अमरिंदर सिंह ते हरसिमरत बादल ने बड़ा जोर लाया करतारपुर के लांघे ਨੂੰ ਖੋਲ੍ਹਣ ਲਈ। ਸੋ ਮੈਂ ਇਹਦੇ ਨਾਲ ਵੀ ਇਤਫਾਕ ਨਹੀਂ ਰੱਖਦਾ। ਉਹਨਾਂ ਨੇ, ਮੈਂ ਤਾਂ ਇਹਦੇ ਉਲਟ ਕਹਾਂਗਾ ਕਿ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਜੇ ਥੋੜਾ ਬਹੁਤਾ ਜ਼ੋਰ ਲਾਇਆ ਜਾਂ ਹਾਮੀ ਭਰੀ ਤਾਂ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਭਰੀ। ਉਹਨੇ ਇਮਰਾਨ ਖਾਨ ਦਾ ਜਿਹੜਾ ਸੱਦਾ ਸੀ ਉਹ ਕਬੂਲ ਕੀਤਾ, ਪੂਰੀ ਇੰਡੀਅਨ ਸਟੇਟ ਦੇ ਵਾਰਾ ਹੋ ਕੇ ਉਹਨੇ ਕਬੂਲ ਕੀਤਾ, ਉਸ ਦੀ ਸ਼ਾਬਾਸ਼ ਹੈ। ਬਾਕੀ ਸਾਰੇ ਲੀਡਰ ਜਿਹੜੇ ਆ ਨਖੇਦੀ ਕਰਦੇ ਰਹੇ, ਨੈਗੇਟਿਵ ਅਪਰੋਚ ਇਹਨਾਂ ਦੀ ਰਹੀ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਪ੍ਰਤੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਪੰਜਾਬੀ ਤੇ ਸਿੱਖ ਭਾਈਚਾਰੇ ਵੱਲੋਂ ਦਹਾਕਿਆਂ ਬੱਧੀ ਅਰਦਾਸਾਂ ਕਰਨ ਤੋਂ ਬਾਅਦ ਉਹਨਾਂ ਅਰਦਾਸਾਂ ਨੂੰ ਪਿਆ ਬੋਲ ਨਤਮਸਤਕ ਹੋਣ ਦੇ ਲਈ। ਪਿਛਲੇ ਸਮੇਂ 'ਚ ਕਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਲਾਂਘਾ ਬੰਦ ਕੀਤਾ ਗਿਆ ਤਾਂ ਸ਼ਰਧਾਲੂਆਂ ਨੂੰ ਸੁਭਾਵਿਕ ਹੈ ਬਹੁਤ ਜ਼ਿਆਦਾ ਤਕਲੀਫ ਪੀੜ ਇਸ ਗੱਲ ਦੀ ਹੋਈ। ਹੁਣ ਪਾਕਿਸਤਾਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਗਮਾਂ ਦੇ ਸੰਬੰਧੀ 20 ਸਤੰਬਰ ਤੋਂ 3 ਦਿਨ ਦੇ ਲਈ ਲਾਂਘਾ ਖੋਲ੍ਹਿਆ ਗਿਆ ਤਾਂ ਕਿ ਸ਼ਰਧਾਲੂ ਨਤਮਸਤਕ ਹੋ ਸਕਣ, ਧਾਰਮਿਕ ਸਮਾਗਮਾਂ 'ਚ ਆ ਸਕਣ। ਪਰ ਹਿੰਦੁਸਤਾਨ ਵੱਲੋਂ ਭਾਰਤ ਵੱਲੋਂ ਇਸ ਸੰਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ। ਸਾਡੀਆਂ ਵੱਖ-ਵੱਖ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਮੌਕੇ ਤੇ ਇਜਾਜ਼ਤ ਦਿੱਤੀ ਜਾਵੇ। ਜਦੋਂ ਹੋਰ ਬਹੁਤ ਸਾਰਾ ਕੁਝ ਖੁੱਲ੍ਹ ਗਿਆ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਾ ਖੁੱਲੇ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਘੱਟੋ ਘੱਟ ਮੈਂ ਦਰਸ਼ਕਾਂ ਲਈ ਕਹਿਣਾ ਚਾਹਾਂਗਾ ਕਿ ਸਾਡੇ ਉਹ ਬੁਲਾਰੇ ਨੇ, ਉਹ ਮਹਿਮਾਨ ਨੇ ਜਿਹੜੇ ਇਸ ਪਿਛੋਕੜ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ 'ਚ ਇਕਬਾਲ ਸਿੰਘ ਲਾਲਪੁਰਾ ਜੀ ਬੇਸ਼ੱਕ ਭਾਜਪਾ ਦੇ ਕੌਮੀ ਬੁਲਾਰੇ ਹੈ ਪਰ ਇਸ ਵਿਰਾਸਤ ਦੀ ਚੰਗੀ ਤਰ੍ਹਾਂ ਸਮਝ ਰੱਖਦੇ ਹੈ, ਪਹਿਚਾਣ ਆ ਉਹਨਾਂ ਦੀ। ਇਸੇ ਤਰੀਕੇ ਨਾਲ ਸਾਡੇ ਦੂਜੇ ਬੁਲਾਰੇ ਕਰਨੈਲ ਸਿੰਘ ਪੰਜੋਲੀ ਜੀ, ਸਿੰਘ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮੇ ਸਮੇਂ ਤੋਂ ਮੋਹਰੀ ਸਭਾ 'ਚ ਕੰਮ ਕਰਦੇ ਆ ਰਹੇ ਹੈ, ਜਾਣੇ ਪਛਾਣੇ ਚਿਹਰੇ। ਸਾਹ ਅਮਰਿੰਦਰ ਸਿੰਘ ਸਿੱਖ ਦੁਨੀਆ ਦੇ ਜਾਣੇ ਪਛਾਣੇ ਚਿਹਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਹੈ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਮੇਰੀ ਬੇਨਤੀ ਪ੍ਰਵਾਨ ਕਰਕੇ ਜੋ ਚੈਨਲ ਤੇ ਆਏ ਆ ਸਾਰਿਆਂ ਨੂੰ ਜੀ ਆਖਦਾ, ਵੈਲਕਮ ਕਰਦਾ। ਧੰਨਵਾਦ ਜੀ, ਮਿਹਰਬਾਨੀ। ਪੰਜੋਲੀ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਮਿਹਰਬਾਨੀ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਰੇ ਜਦੋਂ ਪਾਕਿਸਤਾਨ ਨੇ ਫੈਸਲਾ ਲਿਆ ਤਾਂ ਸਾਡੀਆਂ ਸਿੱਖ ਸੰਗਤਾਂ, ਦੁਨੀਆ ਭਰ 'ਚ ਬੈਠਾ ਜਿਹੜਾ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਹੈ, ਉਹ ਕਹਿ ਰਿਹਾ ਕਿ ਲਾਂਘਾ ਖੁੱਲ੍ਹਣਾ ਚਾਹੀਦਾ। ਜੋ ਦੁਨੀਆ 'ਚ ਬਹੁਤ ਕੁਝ ਓਪਨ ਹੋ ਗਿਆ ਤਾਂ ਇਹ ਸਾਡਾ ਜਿਹੜਾ ਅਕੀਦਾ ਹੈਗਾ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਾ ਨਤਮਸਤਕ ਹੋਣ ਦੇ ਲਈ ਖੁੱਲ੍ਹੇ। ਔਰ ਖਾਸ ਤੌਰ ਤੇ ਅਗਲੇ ਦਿਨਾਂ ਦੇ ਸੀ ਜਦੋਂ ਸਾਡੇ ਲਈ ਇੱਕ ਬਹੁਤ ਵੱਡਾ ਸਮਾਗਮ ਆ ਰਿਹਾ। ਕਿਵੇਂ ਦੇਖਦੇ ਹੋ ਇਸ ਮੁੱਦੇ ਤੇ ਜਿਹੜੀ ਆਵਾਜ਼ ਉੱਠ ਰਹੀ ਹੈ ਕਿ ਭਾਰਤ ਸਰਕਾਰ ਦਾ ਜਿਹੜਾ ਨਜ਼ਰੀਆ? ਪੰਜੋਲੀ ਸਾਹਿਬ। ਸਿੱਧੂ ਸਾਹਿਬ, ਮੈਂ ਇਸ ਤੋਂ ਪਹਿਲਾਂ ਕੁਝ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਕਿ ਜਦੋਂ ਦੇਸ਼ ਦੀ ਵੰਡ ਹੋਣ ਦੇ ਯਤਨ ਹੋਏ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਸੀ ਸਿੱਖ ਲੀਡਰਸ਼ਿਪ ਨੇ ਜੋ ਕੀਤੀ ਉਸ ਸਮੇਂ ਕਿ ਉਹ ਦੇਸ਼ ਦੀ ਵੰਡ ਕਿਸਾ ਕਦਾਚਿਤ ਵੀ ਨਹੀਂ ਸੀ ਸਿੱਖ ਲੀਡਰਸ਼ਿਪ ਚਾਹੁੰਦੀ। ਮਾਸਟਰ ਤਾਰਾ ਸਿੰਘ ਜੀ ਨੇ ਬਾਰ-ਬਾਰ ਇਹ ਯਤਨ ਕੀਤੇ ਕਿ ਦੇਸ਼ ਦੀ ਵੰਡ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨਾਂ ਨੂੰ ਗਿਆਨ ਸੀ ਇਸ ਗੱਲ ਦਾ ਕਿ ਜੇ ਦੇਸ਼ ਦੀ ਵੰਡ ਹੋਈ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਸਿੱਖ ਕੌਮ ਨੂੰ ਝੱਲਣਾ ਪਏਗਾ।
ਗੁਰਧਾਮ ਜੀ ਛੱਡਣੇ ਪੈਣਗੇ, ਜਾਇਦਾਦਾਂ ਛੱਡਣੀਆਂ ਪੈਣਗੀਆਂ, ਬਹੁਤ ਵੱਡਾ ਕਤਲੇਆਮ ਹੋਏਗਾ। ਲੇਕਿਨ ਨਹਿਰੂ, ਗਾਂਧੀ ਤੇ ਪਟੇਲ ਤਿੰਨ ਬਜ਼ਿੱਦ ਸੀ ਇਸ ਗੱਲ ਦੀ, ਇਸ ਗੱਲ ਲਈ। ਤੇ ਦੂਸਰੇ ਪਾਸੇ ਆਪਣਾ ਪਾਕਿਸਤਾਨ ਦੇ ਮਿਸਟਰ ਜਨਾਹ ਜਿਹੜੇ ਸਨ, ਉਹ ਵੀ ਇਸ ਗੱਲ ਲਈ ਬਜ਼ਿੱਦ ਸੀ ਕਿ ਪਾਕਿਸਤਾਨ ਬਣਨਾ ਚਾਹੀਦਾ ਹੈ, ਹਿੰਦੁਸਤਾਨ ਬਣਾਉਣ ਦੇ ਹੱਕ ਵਿੱਚ ਸਨ। ਲੇਕਿਨ ਸਿੱਖ ਦੇਸ਼ ਦੀ ਵੰਡ ਵਿੱਚ ਕਦਾਚਿਤ ਵੀ ਸ਼ਾਮਲ ਨਹੀਂ ਸੀ, ਨਾ ਉਹਨਾਂ ਦੀ ਇੱਛਾ ਸੀ, ਕਿਉਂਕਿ ਨੁਕਸਾਨ ਜੀ ਸਭ ਤੋਂ ਵੱਧ ਸਾਡਾ ਹੋਇਆ। ਉਸ ਤੋਂ ਬਾਅਦ ਬਿਲਕੁਲ ਅਸੀਂ ਜੀ ਅਰਦਾਸ ਵਿੱਚ ਇਹ ਗੱਲ ਸ਼ਾਮਲ ਕੀਤੀ ਹੈ, ਉਚੇਚੇ ਤੌਰ ਤੇ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਦਲ ਤੇ ਬੈਠ ਕੇ ਕਿ ਜਿਨ੍ਹਾਂ ਗੁਰਧਾਮਾਂ ਨੂੰ ਗੁਰੂ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਸਿੱਖ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਕਰਦਾ, ਸ਼ਾਮ ਨੂੰ ਰਹਿ ਰਾਸ ਦੇ ਪਾਠ ਤੋਂ ਬਾਅਦ ਅਰਦਾਸ ਕਰਦਾ। ਜਦੋਂ ਵੀ ਕਦੇ ਸਮਾਗਮ ਹੁੰਦੇ ਨੇ, ਸਿੱਖ ਹਮੇਸ਼ਾ ਹੀ ਇਸ ਗੱਲ ਲਈ ਅਰਦਾਸ ਕਰਦਾ। ਤੇ ਮੈਂ ਇਹ ਸਮਝਦਾ ਕਿ ਪਾਕਿਸਤਾਨ ਤੋਂ ਅਸੀਂ ਆਏ ਹੋਏ ਹਾਂ, ਸਾਡੇ ਗੁਰਧਾਮ ਉੱਥੇ ਨੇ, ਸਾਡੀ ਬਹੁਤ ਵੱਡੀ ਵਿਰਾਸਤ ਪਾਕਿਸਤਾਨ ਵਿੱਚ ਰਹਿ ਗਈ ਹੈ, ਸਾਡਾ ਦਿਲ ਹਮੇਸ਼ਾ ਪਾਕਿਸਤਾਨ ਦੇ ਅੰਦਰ ਰਹਿੰਦਾ ਹੈ। ਸਾਡੇ ਅੰਦਰ ਤੜਫ ਹੈ ਇਹ ਬਹੁਤ ਵੱਡੀ ਕਿ ਸਾਨੂੰ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਕੇ ਬਾਗ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ, ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਹੋਣੇ ਚਾਹੀਦੇ ਨੇ। ਮੈਂ ਪਾਕਿਸਤਾਨ ਗਵਰਨਮੈਂਟ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਸੀ, ਸਾਰੇ ਸਿੱਖਾਂ ਨੇ ਪਾਕਿਸਤਾਨ ਦਾ ਧੰਨਵਾਦ ਕੀਤਾ ਸੀ, ਔਰ ਉਦੋਂ ਹਿੰਦੁਸਤਾਨ ਦੀ ਗਵਰਨਮੈਂਟ ਨੇ ਵੀ ਐਪਰੀਸ਼ੀਏਟ ਕੀਤਾ ਸੀ। ਜਿਨ੍ਹਾਂ ਨੇ ਇਹਦੇ ਵਿੱਚ ਰੋਲ ਅਦਾ ਕੀਤਾ, ਭਾਵੇਂ ਉਹ ਆਪਣਾ ਨਵਜੋਤ ਸਿੰਘ ਸਿੱਧੂ ਸਨ, ਭਾਵੇਂ ਬੀਬੀ ਹਰਸਿਮਰਤ ਕੌਰ ਆ, ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ, ਭਾਵੇਂ ਕਿਸੇ ਨੇ ਹੋਰ ਯਤਨ ਕੀਤਾ। ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਸ ਪਹਿਲ ਕਦਮੀ ਨੂੰ, ਪਾਕਿਸਤਾਨ ਦੀ ਨੂੰ, ਬਹੁਤ ਹੀ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਲੈਣ ਦਾ ਯਤਨ ਕੀਤਾ ਔਰ ਰਸਤਾ ਖੁੱਲ੍ਹਿਆ ਤੇ ਲੋਕਾਂ ਨੇ ਦਰਸ਼ਨ ਦਿਦਾਰੇ ਕੀਤੇ। ਪਰ ਕਰੋਨਾ ਤੋਂ ਬਾਅਦ ਹੁਣ ਇਹ ਬੰਦ ਕਰ ਦਿੱਤਾ ਗਿਆ। ਅੱਜ ਪਾਕਿਸਤਾਨ ਦੀ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਇਹਨੂੰ ਖੋਲ੍ਹਣ ਲਈ ਤਿਆਰ ਹਾਂ, ਤੇ ਹੁਣ ਕਰੋਨਾ ਦੇ ਹਾਲਾਤ ਵੀ ਠੀਕ ਹੋ ਚੁੱਕੇ ਨੇ। ਤੇ ਮੈਂ ਤੁਹਾਡੇ ਜ਼ਰੀਏ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੇ, ਇਹ ਸਿੱਖਾਂ ਦੀ ਅਰਦਾਸ ਆ, ਹਰ ਰੋਜ਼ ਸਿੱਖ ਕਰਦੇ ਨੇ ਕਿ ਖੁੱਲੇ ਦਰਸ਼ਨ ਦਿਦਾਰੇ ਹੋਣੇ ਚਾਹੀਦੇ ਨੇ। ਅਸੀਂ ਤਾਂ ਇਸ ਤੋਂ ਵੀ ਅੱਗੇ ਹਾਂ ਕਿ ਇਕੱਲੇ ਕਰਤਾਰਪੁਰ ਦੇ ਨਹੀਂ, ਬਲਕਿ ਨਨਕਾਣਾ ਸਾਹਿਬ, ਗੁਰੂ ਕਾ ਬਾਗ, ਪੰਜਾ ਸਾਹਿਬ, ਇਹਨਾਂ ਸਾਰਿਆਂ ਦੇ ਦਰਸ਼ਨ ਖੁੱਲੇ ਹੋਣੇ ਚਾਹੀਦੇ ਨੇ। ਹਿੰਦੂ ਤੀਰਥ ਸਥਾਨ, ਉਹਨਾਂ ਦੇ ਦਰਸ਼ਨ ਹੋਣੇ ਚਾਹੀਦੇ ਨੇ। ਪਾਕਿਸਤਾਨ ਦੇ ਮੁਸਲਮਾਨ, ਪਾਕਿਸਤਾਨ ਦੇ ਸਿੱਖ, ਪਾਕਿਸਤਾਨ ਦੇ ਹਿੰਦੁਸਤਾਨ ਖੁੱਲ੍ਹ ਹੋਣੀ ਚਾਹੀਦੀ ਹੈ। ਇੱਥੋਂ ਦੇ ਹਿੰਦੂ, ਸਿੱਖ, ਮੁਸਲਮਾਨ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਸਵੇਰੇ ਪਾਕਿਸਤਾਨ ਜਾਣ, ਸ਼ਾਮ ਨੂੰ ਮੁੜ ਕੇ ਆ ਜਾਣ। ਇਹੋ ਜਿਹੇ ਯਤਨ ਸਾਰੀਆਂ ਧਿਰਾਂ, ਸਾਰੀਆਂ ਕੌਮਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ। ਸੋ ਸਰਕਾਰ ਨੂੰ ਸਿੱਖ ਜਜ਼ਬਾਤਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ, ਮੁੜ ਕੇ ਲਾਂਘਾ ਖੋਲ੍ਹਣ ਦਾ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਖੁੱਲੇ ਦਰਸ਼ਨ ਦਿਦਾਰੇ ਕਰ ਸਕਣ। ਜੀ ਲਾਲਪੁਰਾ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਲਵਾਂਗਾ। ਜੋ ਪੰਜੌਲੀ ਜੀ ਨੇ ਕਿਹਾ ਇਹ ਤਾਂ ਹਾਈ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋਇਆ, ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ। ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਹੁਣ ਅਸੀਂ ਲਾਂਘਾ ਖੋਲ੍ਹ ਦਿੱਤਾ, 20 ਸਤੰਬਰ ਤੋਂ ਉਹਨਾਂ ਨੇ ਇਜਾਜ਼ਤ ਦਿੱਤੀ ਹੈ। ਤਾਂ ਸਵਾਲ ਜਿਹੜਾ ਭਾਰਤ ਸਰਕਾਰ ਤੇ ਆ ਕੇ ਖੜੇ ਹੁੰਦੇ ਆ, ਇਸ ਬਾਰੇ ਕੀ ਕਹੋਗੇ ਲਾਲਪੁਰਾ ਜੀ? ਸਿੱਧੂ ਸਾਹਿਬ, ਪੰਜੌਲੀ ਸਾਹਿਬ ਨੇ ਧਾਰਮਿਕ ਪੱਖ ਸਭ ਦੇ ਸਾਹਮਣੇ ਰੱਖਿਆ ਜੀ। ਗੱਲ ਬੜੀ ਸਪਸ਼ਟ ਹੈ। ਅਸੀਂ ਸਵੇਰੇ ਸ਼ਾਮ ਜਦੋਂ ਵੀ ਅਰਦਾਸ ਕਰੀਏ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ, ਗੁਰਧਾਮਾਂ ਨੂੰ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਦੀ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਜਿਹੜੀ ਸੇਵਾ ਸੰਭਾਲ ਦਾ ਦਾਨ ਸੀ ਨਾ, ਇਹ ਪਹਿਲਾਂ SGPC ਕੋਲੇ ਸੀ। ਪੰਜੌਲੀ ਸਾਹਿਬ ਤੇ ਸਰ ਅਮਰਿੰਦਰ ਸਿੰਘ ਉਹਦੇ ਮੈਂਬਰ ਰਹੇ ਨੇ, ਲੇਕਿਨ ਪਾਕਿਸਤਾਨ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਇਹਦੇ ਅਧਿਕਾਰ ਜਿਹੜੇ ਔਕਾਫ ਬੋਰਡ ਨੂੰ ਦੇ ਦਿੱਤੇ। ਔਕਾਫ ਬੋਰਡ ਦੇ ਵਿੱਚ ਕੋਈ ਵੀ ਸਿੱਖ ਨੁਮਾਇੰਦਾ ਨਹੀਂ ਹੈਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਪੁਤਲੀ ਹੈ, ਕਠਪੁਤਲੀ ਹੈ। ਅਸੀਂ ਜੋ ਵੀ ਰਿਐਕਸ਼ਨ ਦੇ ਰਹੇ ਹਾਂ ਹੁਣ, ਉਹ ਅਖਬਾਰੀ ਖਬਰਾਂ ਤੇ ਹੈ। ਬੜੇ ਕਾਫੀ ਦਿਨਾਂ ਤੋਂ ਰੌਲਾ ਪੈ ਰਿਹਾ ਸੀ ਕਿ ਪਾਕਿਸਤਾਨ ਸਰਕਾਰ ਤਾਂ ਤਿਆਰ ਹੈ ਇਹਨਾਂ ਨੂੰ ਲਾਂਘਾ ਦੇਣ ਨੂੰ, ਤੇ ਭਾਰਤ ਸਰਕਾਰ ਲਾਂਘਾ ਨਹੀਂ ਦਿੰਦੀ। ਫਿਰ ਇੱਕ ਦਿਨ ਅਜੀਤ ਅਖਬਾਰ 'ਚ ਖਬਰ ਛਪ ਗਈ ਸੁਰਿੰਦਰ ਕੌਸ਼ਲ ਜੀ ਦੀ। ਉਹਨਾਂ ਦਾ ਇਨਫੋਰਮੇਸ਼ਨ ਦਾ ਸੋਰਸ ਪਾਕਿਸਤਾਨ 'ਚ ਕੀ ਹੈਗਾ ਰੱਬ ਜਾਣਦਾ ਹੈ।
ਲੇਕਿਨ ਉਹਨਾਂ ਨੇ ਆਖਿਆ ਕਿ ਨਹੀਂ, ਇਹ ਤਾਂ ਪਾਕਿਸਤਾਨ ਦੀ ਸਰਕਾਰ ਨੇ ਹਲੇ ਮਨਜ਼ੂਰੀ ਨਹੀਂ ਦਿੱਤੀ, ਇਹ ਤਾਂ ਰੌਲਾ ਐਵੇਂ ਪੈ ਰਿਹਾ। ਲੇਕਿਨ ਉਸ ਤੋਂ ਬਾਅਦ ਹੁਣ ਉਹਨਾਂ ਨੇ ਫਿਰ ਇੱਕ ਮੈਂਬਰ ਪਾਰਲੀਮੈਂਟ ਦਾ ਬਿਆਨ ਵੀ ਛਾਪਿਆ ਕਿ ਪਾਕਿਸਤਾਨ ਦੇ ਦਾ, ਕਿ ਮੈਂ ਕੋਸ਼ਿਸ਼ ਕਰਕੇ ਤੇ ਇਹ ਜਿਹੜਾ ਸੰਬੰਧਿਤ ਡਿਪਾਰਟਮੈਂਟ ਹੈ ਉਹਦੇ ਕੋਲੋਂ ਇਹਨੂੰ ਲੈ ਕੇ ਦਿਆਂਗਾ, ਪਰਮਿਸ਼ਨ ਲੈ ਦਿਆਂਗਾ। ਲੇਕਿਨ ਸਰ ਬਿਲਕੁਲ ਜਿਹੜਾ ਅੱਜ ਲਾਲਵਾ ਸਾਹਿਬ, ਮੈਂ ਤੁਹਾਡੇ ਧਿਆਨ ਚ, ਆਈ ਸੌਰੀ ਵਿੱਚੋਂ ਟੋਕ ਰਿਹਾ, ਇੰਨਾ ਕੁ ਧਿਆਨ ਚ ਲਿਆਉਣਾ ਚਾਹੁੰਦਾ ਹਾਂ ਕਿਉਂਕਿ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ, SGPC ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਵੀ ਕਹੀ ਹੈ ਕਿ ਪਾਕਿਸਤਾਨ ਨੇ ਇਜਾਜ਼ਤ ਦਿੱਤੀ ਹੈ ਤਾਂ ਸਾਨੂੰ ਵੀ ਇਜਾਜ਼ਤ ਦੇਣੀ ਚਾਹੀਦੀ ਹੈ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ। ਦੇਖੋ ਇਹ ਗੱਲ ਜ਼ਿੰਮੇਵਾਰ ਹਲਕਿਆਂ ਵੱਲੋਂ ਆ ਰਹੀ ਹੈ ਜੀ। ਮੈਂ ਬੇਨਤੀ ਜਿਹੜੀ ਹੈ ਨਾ, ਆਪ ਜੀ ਗੱਲ ਕਰ ਰਹੇ ਹੋ, ਉਹ ਬਿਲਕੁਲ ਸਹੀ ਗੱਲ ਹੈ। ਮੈਂ ਇਹ ਕਹਿੰਦਾ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਦੀ ਜਿਹੜੀ ਸਹੀ ਸਥਿਤੀ ਹੈ ਉਹ ਡਿਪਲੋਮੈਟਿਕ ਚੈਨਲਸ ਦੇ ਰਾਹੀਂ ਕਲੀਅਰ ਹੋਣੀ ਚਾਹੀਦੀ ਹੈ, ਠੀਕ ਹੈ। ਲੇਕਿਨ ਅੱਜ ਭਾਰਤ ਦੇ ਵਿੱਚ ਅੱਜ ਵੀ 25,000 ਦੇ ਕਰੀਬ 24,700 ਕੁਛ ਬੰਦਾ ਅੱਜ ਵੀ ਕਰੋਨਾ ਤੋਂ ਪੀੜਿਤ ਆਇਆ। ਪੰਜਾਬ ਦੇ ਵਿੱਚ ਵੀ ਕਰੋਨਾ ਹੈ, ਪਾਕਿਸਤਾਨ ਦੀ ਸਥਿਤੀ ਸਾਨੂੰ ਪਤਾ ਨਹੀਂ। ਲੇਕਿਨ ਮੈਂ ਇੱਕ ਸਿੱਖ ਹੁੰਦੇ ਹੋਇਆ ਇਸ ਗੱਲ ਦੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਇਹ ਲਾਂਘਾ ਖੁੱਲ੍ਹਣਾ ਚਾਹੀਦਾ, ਜਿਵੇਂ ਉਹਨਾਂ ਨੇ ਪਹਿਲਾਂ ਮੈਗਨੀਮਿਟੀ ਵਿਖਾਈ ਹੈ। ਸਾਨੂੰ ਹੁਣ ਵੀ ਇਹ ਸਾਰੀ ਗੱਲ 'ਤੇ ਵਿਚਾਰ ਕਰਕੇ ਜਲਦੀ ਤੋਂ ਜਲਦੀ ਇਹਨੂੰ ਲਾਂਘਾ ਖੁੱਲ੍ਹਣਾ ਚਾਹੀਦਾ। ਦੂਜੇ ਪਾਸੇ ਜੀ ਮੈਂ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਸਪੋਕਸਮੈਨ ਹੋਣ ਦੇ ਨਾਤੇ ਇਹ ਗੱਲ ਵੀ ਦਰਜ ਕਰਨੀ ਚਾਹੁੰਦਾ ਕਿ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਅਸੀਂ ਉਹਨਾਂ ਨੂੰ ਹੱਲ ਕਰੀਏ। ਇਹ ਕੋਈ ਗੱਲ ਨਹੀਂ, ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿਹੜਾ ਸ਼ੁਰੂ ਨਨਕਾਣਾ ਸਾਹਿਬ ਤੋਂ ਆਪਾਂ ਕਰਦੇ ਹਾਂ ਤੇ ਨਨਕਾਣਾ ਸਾਹਿਬ ਵੀ ਸਵੇਰੇ ਜਿਹੜੇ ਸਿੰਘ ਜਾਣ ਤੇ ਉਹ ਵੀ ਜੱਥੇ 4-5 ਨਾ ਜਾਣ, ਸਾਰੇ ਹੀ ਅਸੀਂ ਸਾਰੇ ਹੀ ਉੱਥੇ ਜਾਈਏ ਤੇ ਜਾ ਕੇ ਆਪਣੇ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਵਾ ਕੇ ਗੁਰੂ ਦੇ ਚਰਨਾਂ 'ਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਕੇ ਤੇ ਭਾਰਤ ਦੇ ਵਿੱਚ ਦੁਬਾਰਾ ਵਾਪਸ ਆਈਏ। ਇਹ ਬਹੁਤ ਜ਼ਰੂਰੀ ਹੈ। ਔਰ ਮੈਂ ਜੀ ਲਾਲਪੁਰ ਸਾਹਿਬ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਹਾਂ। ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਕਿ ਲਾਂਘਾ ਖੁੱਲ੍ਹਣਾ ਚਾਹੀਦਾ, ਸਿੱਖ ਮਸਲੇ ਹੱਲ ਹੋਣੇ ਚਾਹੀਦੇ। ਬਹੁਤ ਅਹਿਮ ਸਵਾਲ ਹੈਗਾ, ਪਰ ਕਿਉਂਕਿ ਤੁਸੀਂ ਜ਼ਿੰਮੇਵਾਰ ਪੋਜੀਸ਼ਨ 'ਚ ਹੈਗੇ ਹੋ, ਇਸ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਕੋਈ ਅਫੀਸ਼ੀਅਲ ਤੌਰ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਗੱਲ ਦੀ ਜਿਹੜੀ ਸਿੱਖਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਕਨਵੇ ਕਰੇਗੀ? ਕਿਉਂਕਿ ਮੀਡੀਆ ਜਿੱਦਾਂ ਪੰਜੋੜੀ ਜੀ ਜਾਂ ਤੁਸੀਂ ਕਹਿ ਰਹੇ ਹੋ, ਇੱਕ ਗੱਲ ਹੈ ਆਉਣਾ ਨਾ ਆਉਣਾ, ਪਰ ਕੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਵੀ ਇਸ ਮੁੱਦੇ ਤੇ ਬੇਨਤੀ ਕੀਤੀ ਜਾਏਗੀ ਭਾਜਪਾ ਵੱਲੋਂ? ਦੇਖੋ, ਮੈਂ ਪੰਜਾਬ ਦਾ ਰਹਿਣ ਵਾਲਾ ਹਾਂ, ਸਿੱਖ ਹੈਗਾ ਜੀ, ਭਾਵੇਂ ਕੌਮੀ ਟੀਮ 'ਚ ਹੈ। ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਅਸੀਂ ਇਹ ਸਾਰਾ ਮਸਲਾ ਜਿਹੜਾ ਹੈ, ਕੱਲ ਵੀ ਸਾਡੀ ਉੱਥੇ ਬੈਠਕ ਸੀਗੀ ਜਿਹਦੇ ਵਿੱਚ ਅਸੀਂ ਧਿਆਨ 'ਚ ਲਿਆਂਦਾ ਸੀ, ਜਿਹਦੇ 'ਚ ਮੈਂ ਹੀ ਸਰਦਾਰ RP ਸਿੰਘ ਵੀ ਸੀਗੇ, ਸ਼ਾਮਲ ਸੀਗੇ। ਅਸੀਂ ਅਫਗਾਨਿਸਤਾਨ ਦੇ ਸਿੱਖਾਂ ਨੂੰ ਕੱਲ ਮਿਲਣ ਗਏ ਸੀ। ਉਸ ਤੋਂ ਬਾਅਦ ਅਸੀਂ ਸੰਬੰਧਿਤ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਨਾਲ ਚਰਚਾ ਕੀਤੀ ਤੇ ਸਿੱਖ ਜਿਹੜੀ ਆ ਸਮੱਸਿਆਵਾਂ ਆ, ਇਸ ਤੋਂ ਇਲਾਵਾ ਹੋਰ ਵੀ ਬਹੁਤ ਨੇ ਜਿਨ੍ਹਾਂ ਦੇ ਬਾਰੇ ਕੇਂਦਰ ਦੀ ਲੀਡਰਸ਼ਿਪ ਨਾਲ ਚਰਚਾ ਕੀਤੀ ਆ ਔਰ ਉਹਨਾਂ ਦਾ ਵਿਊ ਜਿਹੜਾ ਹੈ ਬੜਾ ਸਿੰਪੈਥੈਟਿਕ ਸੀ ਔਰ ਇਸ ਵੱਲ ਸੀ ਕਿ ਅਸੀਂ ਜਲਦੀ ਤੋਂ ਜਲਦੀ ਇਹ ਕਰਾ ਕੇ ਦਿਆਂਗੇ। ਇੱਕ ਤਾਂ ਤੁਹਾਨੂੰ ਦੀ ਗੱਲ ਸੁਣਾਉਣਾ, ਇੱਕ ਲੀਡਰ, ਬੜਾ ਵੱਡਾ ਮਸਲਾ ਸਿੱਖਾਂ ਦਾ, ਉਹ ਅਸੀਂ ਕਿਸੇ ਨੂੰ ਬੇਨਤੀ ਕੀਤੀ ਬੜੇ ਵੱਡੇ ਲੀਡਰ ਨੂੰ ਕਿ ਇਹ ਸਾਡਾ ਮਸਲਾ, ਕਹਿੰਦਾ काम तो मैं आपका करवा दूंगा लेकिन आपको मुझे सरदार कहना पड़ेगा। मैंने कहा जी सब तो पहला ਸਰੋਪਾ ਤੁਹਾਡੇ ਗਾਲ ਹੀ ਅਸੀਂ ਪਾਵਾਂਗੇ ਤੇ ਤੁਹਾਡੇ ਨਾਂ ਦੇ ਨਾਲ ਸਰਦਾਰ ਵੀ ਜੋੜ ਦਿਆਂਗੇ, ਤੁਸੀਂ ਸਾਡਾ ਕੰਮ ਤਾਂ ਕਰਾਓ। ਹਾਂਜੀ, ਸੋ ਇਹ ਅਸੀਂ ਸਿੰਸੀਅਰਲੀ ਔਰ ਹਰ ਬੰਦਾ ਚਾਹੁੰਦਾ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਦਾ ਜਿਹੜੀਆਂ ਇਸ ਤੋਂ ਇਲਾਵਾ ਹੋਰ ਵੀ ਨੇ ਹੱਲ ਹੋ। ਆਪਾਂ ਉਹਨਾਂ ਮੁੱਦਿਆਂ ਤੇ ਵੀ ਗੱਲ ਕਰਾਂਗੇ ਜੀ, ਉਹਨਾਂ ਮੁੱਦਿਆਂ ਤੇ ਵੀ ਗੱਲ ਕਰਾਂਗੇ। ਸਾਡੇ ਨਾਲ ਅਮਰਿੰਦਰ ਜੀ ਜੁੜੇ ਹੋਏ ਹੈ। ਅਮਰਿੰਦਰ ਜੀ, ਬਹੁਤ ਵੱਡਾ ਮੁੱਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ, ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਗੱਲ, ਨਤਮਸਤਕ ਹੋਣ ਦੀ ਗੱਲ। ਇਸ ਵੇਲੇ ਜਿੱਦਾਂ ਸਾਰੇ ਆਪਣੇ ਮਹਿਮਾਨਾਂ ਨੇ ਮੰਨਿਆ ਕਿ ਪਾਕਿਸਤਾਨ ਨੇ ਅਲਾਉ ਕੀਤਾ ਹੈ, ਔਰ ਦੂਜੇ ਪਾਸੇ ਲਾਲਪੁਰ ਜੀ ਦਾ ਕਹਿਣਾ ਕਿ ਕੇਂਦਰ ਸਰਕਾਰ ਨੂੰ ਵੀ ਉਹ ਬੇਨਤੀ ਕਰ ਰਿਹਾ ਹੈ ਕਿ ਲਾਂਘਾ ਖੁੱਲੇ, ਪ੍ਰਵਾਨਗੀ ਮਿਲੇ। ਇਸ ਮੁੱਦੇ ਤੇ ਕੀ ਕਹੋਗੇ? ਦੇਖੋ ਸਿੱਧੂ ਸਾਹਿਬ, ਅਸੀਂ ਗੱਲ ਕਰ ਰਹੇ ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਖੁੱਲਣ ਤੋਂ ਬਾਅਦ ਦੁਬਾਰਾ ਬੰਦ ਹੋ ਕੇ ਫਿਰ ਖੁੱਲਣ ਦੀ। ਇੱਕ ਵਾਰੀ ਉਹ ਖੁੱਲ ਚੁੱਕਿਆ ਹੈ, ਉਸ ਤੋਂ ਬਾਅਦ ਉਹ ਬੰਦ ਹੋਇਆ, ਉਹ ਦੁਬਾਰਾ ਖੋਲ੍ਹਣ ਦੇ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਰਹੇ ਹੈ। ਉਹਦੇ ਵਿੱਚ ਪਹਿਲਾਂ ਤਾਂ ਮੈਂ ਟਿੱਪਣੀ ਕਰਾਂਗਾ, ਪੰਜੋਲੀ ਸਾਹਿਬ ਨੇ ਗੱਲ ਕੀਤੀ ਹੈ, ਮਾਸਟਰ ਤਾਰਾ ਸਿੰਘ ਜੀ ਬੜੇ ਲਾਇਕ ਸੀਗੇ,
ਐਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਮੈਂ ਬਿਲਕੁਲ ਇਹਨਾਂ ਦੀ ਗੱਲ ਨਾਲ ਇਤਫਾਕ ਨਹੀਂ ਰੱਖਦਾ ਕਿ ਇੱਕ ਪਾਸੇ ਜਿੰਨਾ ਵਰਗਾ ਬੈਰਿਸਟਰ ਹੈ, ਦੂਜੇ ਪਾਸੇ ਨਹਿਰੂ ਵਰਗਾ ਬੈਰਿਸਟਰ ਹੈ ਜਿਹੜੇ ਕੈਂਬਰਿਜ ਤੋਂ ਆਕਸਫੋਰਡ ਤੋਂ ਪੜ੍ਹ ਕੇ ਆਏ, ਲਾਅ ਕੀਤੀ ਹੋਈ ਹੈ, ਤੇ ਇੱਕ ਪਾਸੇ ਸਕੂਲ ਮਾਸਟਰ ਹੈ ਜਿਹੜਾ ਇੰਨਾ ਐਂਟੀਸਪੇਟ ਨਹੀਂ ਕਰ ਸਕਿਆ ਕਿ ਮੇਰੇ ਇੱਕ ਜਿਹੜਾ ਮੈਂ ਸਟੈਂਡ ਲਾਂਗਾ ਉਹਦੇ ਨਾਲ 10 ਲੱਖ ਤੋਂ ਵੱਧ ਸਿੱਖ ਜਿਹੜਾ ਮਾਰਿਆ ਜਾਏਗਾ। ਸੋ ਉਹਦੀ ਕੰਪੀਟੈਂਸ ਉੱਥੋਂ ਹੀ ਦਿਖਦੀ ਹੈ ਕਿ ਕਿੰਨਾ ਕੁ ਲਾਇਕ ਸੀ ਉਹ ਬੰਦਾ। ਤੇ ਦੂਸਰੀ ਗੱਲ ਮੈਂ ਇਹ ਕਰਾਂਗਾ ਕਿ ਮਤਲਬ ਕੁਝ ਵੀ ਲਿਖਤੀ ਨਹੀਂ ਕੀਤਾ ਉਹਨਾਂ ਨੇ ਸਿੱਖਾਂ ਦੇ ਬਾਰੇ। ਮਾਸਟਰ ਦਾ ਤਾਰਾ ਸਿੰਘ ਨਹਿਰੂ ਪੈਕਟ ਦੇਖ ਲਓ, ਮੈਂ ਬਹੁਤ ਲੱਭਿਆ, ਕਿਤੇ ਨਹੀਂ ਲੱਭਿਆ। ਬੜੀਆਂ ਸ਼ੇਖੀਆਂ ਮਾਰੀਆਂ ਮਾਸਟਰ ਤਾਰਾ ਸਿੰਘ ਨੇ ਨਹਿਰੂ ਨਾਲ ਪੈਕਟ ਕੀਤਾ, ਕੋਈ ਪੈਕਟ ਨਹੀਂ ਕੀਤਾ, ਸਭ ਮੂੰਹ ਜ਼ਬਾਨੀ ਗੱਲਾਂ ਹੈ। ਸੋ ਪੂਰੀ ਕੌਮ ਨੂੰ ਮੂੰਹ ਜ਼ਬਾਨੀ ਜਿਸ ਲੀਡਰ ਨੇ ਵੇਚਿਆ ਹੋਵੇ ਉਹਦੀ ਕਿੰਨੀ ਕੁ ਲਿਆਕਤ ਹੈ, ਉਹ ਇਹ ਭਾਵੇਂ ਜੋ ਮਰਜ਼ੀ ਕਹੀ ਜਾਣ। ਤੇ ਦੂਸਰੀ ਗੱਲ ਹੈ, ਪੰਜੋਲੀ ਸਾਹਿਬ ਕਹਿ ਰਹੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਹਰਸਿਮਰਤ ਬਾਦਲ ਨੇ ਬੜਾ ਜ਼ੋਰ ਲਾਇਆ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣ ਲਈ। ਸੋ ਮੈਂ ਇਹਦੇ ਨਾਲ ਵੀ ਇਤਫਾਕ ਨਹੀਂ ਰੱਖਦਾ। ਉਹਨਾਂ ਨੇ, ਮੈਂ ਤਾਂ ਇਹਦੇ ਉਲਟ ਕਹਾਂਗਾ ਕਿ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਜੇ ਥੋੜਾ ਬਹੁਤਾ ਜ਼ੋਰ ਲਾਇਆ ਜਾਂ ਹਾਮੀ ਭਰੀ ਤਾਂ ਨਵਜੋਤ ਸਿੰਘ ਸਿੱਧੂ ਨੇ ਜ਼ਰੂਰ ਭਰੀ। ਉਹਨੇ ਇਮਰਾਨ ਖਾਨ ਦਾ ਜਿਹੜਾ ਸੱਦਾ ਸੀ ਉਹ ਕਬੂਲ ਕੀਤਾ, ਪੂਰੀ ਇੰਡੀਅਨ ਸਟੇਟ ਦੇ ਵਾਰਾ ਹੋ ਕੇ ਉਹਨੇ ਕਬੂਲ ਕੀਤਾ, ਉਸ ਦੀ ਸ਼ਾਬਾਸ਼ ਹੈ। ਬਾਕੀ ਸਾਰੇ ਲੀਡਰ ਜਿਹੜੇ ਆ ਨਖੇਦੀ ਕਰਦੇ ਰਹੇ, ਨੈਗੇਟਿਵ ਅਪਰੋਚ ਇਹਨਾਂ ਦੀ ਰਹੀ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਪ੍ਰਤੀ। ਤੇ ਇਹੀ ਵਜ੍ਹਾ ਕਿ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਖੁੱਲ ਨਹੀਂ ਪਾ ਰਿਹਾ ਤੇ ਵਨ ਸਾਈਡਡ ਅਪਰੋਚ ਪਾਕਿਸਤਾਨ ਵੱਲੋਂ ਹੋ ਰਹੀ ਹੈ। ਤੇ ਇੰਡੀਆ ਦਾ ਜਿਹੜਾ ਐਟੀਟਿਊਡ ਹੈ ਬਿਲਕੁਲ ਲੈਕ ਸਾਈਡਡ ਹੈ, ਕੋਲਡ ਹੈ। ਉਹ ਬਿਲਕੁਲ ਸਿੱਖਾਂ ਦੀ ਭਾਵਨਾਵਾਂ ਨੂੰ ਨਹੀਂ ਸਮਝ ਰਹੇ ਕਿ ਕਰਤਾਰਪੁਰ ਸਾਹਿਬ ਦੀ ਤੇ ਨਨਕਾਣਾ ਸਾਹਿਬ ਦੀ, ਗੁਰੂ ਨਾਨਕ ਸਾਹਿਬ ਦੀ ਕੀ ਜਗ੍ਹਾ ਸਿੱਖਾਂ ਦੇ ਮਨਾਂ ਦੇ ਵਿੱਚ। ਇਸ ਚੀਜ਼ ਨੂੰ ਇੰਡੀਅਨ ਸਟੇਟ ਜਿਹੜੀ ਉਹ ਬਿਲਕੁਲ ਸਮਝ ਨਹੀਂ ਪਾ ਰਹੀ। ਤੇ ਅਫਸੋਸ ਦੀ ਗੱਲ ਇਹ ਕਹਿਣੀ ਪਏਗੀ ਕਿ ਚਾਈਨਾ ਇੰਨਾ ਸਾਡਾ ਕਤਲੋਗਾਰਦ ਹੋਇਆ, ਇੰਨੀ ਟੈਨਸ਼ਨ ਹੈ, ਲੇਕਿਨ ਜਿਹੜਾ ਕੈਲਾਸ਼ ਮਾਨਸਰੋਵਰ ਹੈ ਉਹਦੀ ਯਾਤਰਾ ਅਜੇ ਵੀ ਜਾਰੀ ਹੈ। ਲੇਕਿਨ ਕਰਤਾਰਪੁਰ ਦਾ ਜਿਹੜਾ ਲਾਂਘਾ ਹੈ ਉਹ ਬੰਦ ਹੈ, ਉਹਨੂੰ ਤਾਲੇ ਲੱਗੇ ਹੋਏ ਹੈ। ਇਹ ਤਾਂ ਹੈਗੀ ਹੈ ਗੱਲ ਪੰਜੋਲੀ ਸਾਹਿਬ ਦੀ। ਤੇ ਲਾਲਪੁਰਾ ਸਾਹਿਬ ਦੇ ਬਾਰੇ ਮੈਂ ਕਹਾਂਗਾ ਕਿ ਇਹਨਾਂ ਨੇ ਦੋ ਗੱਲਾਂ ਇਹਨਾਂ ਨੇ ਕੀਤੀਆਂ। ਇੱਕ, ਇਹਨਾਂ ਨੇ ਗੱਲ ਕੀਤੀ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਬਣਾ ਲਈ, SGPC ਕੋਲੋਂ ਅਧਿਕਾਰ ਖੋਹ ਲਿਆ। ਸੋ ਮੈਂ ਇਹ ਸਮਝਦਾ ਹਾਂ ਕਿ ਜਦੋਂ ਵੰਡ ਹੋਊਗੀ ਦੇਸ਼ਾਂ ਦੀ, ਉੱਥੇ ਜਿਹੜਾ ਹੈਗਾ ਅਸੀਂ ਸਿਰਫ SGPC ਜਿਹੜੀ ਹੈ ਗੁਰਪੁਰਬਾਂ ਦੇ ਟਾਈਮ ਜਾਂਦੀ ਹੈ, 2 ਦਿਨ ਲਈ ਜਾਂਦੀ ਹੈ, ਪ੍ਰਬੰਧ ਕਰ ਪਾਉਂਦੀ ਹੈ, ਨਹੀਂ ਕਰ ਪਾਉਂਦੀ, ਕਿੰਨਾ ਕਰ ਪਾਉਂਦੀ ਹੈ, ਉਹ ਮਤਲਬ ਕਈ ਸਾਲਾਂ ਤੋਂ ਅਸੀਂ ਦੇਖਦੇ ਰਹੇ ਹਾਂ। ਤੇ ਉਹਨਾਂ ਨੇ ਆਪਣਾ ਪ੍ਰਬੰਧ ਸੁਧਾਰਨ ਲਈ ਪਾਕਿਸਤਾਨ ਗੁਰਦੁਆਰਾ ਕਮੇਟੀ ਬਣਾਈ, ਭਾਵੇਂ ਵਕਾਫ ਬੋਰਡ ਦੇ ਥੱਲੇ ਉਸ ਦਾ ਜਿਹੜਾ ਸਾਰਾ ਪ੍ਰਬੰਧ ਸੀਗਾ। ਲੇਕਿਨ ਅਸੀਂ ਕੀ ਕੀਤਾ, ਅਸੀਂ SGPC ਨੂੰ ਤੋੜਨ ਲਈ ਹਰਿਆਣਾ ਕਮੇਟੀ ਬਣਾਤੀ ਵਿੱਚੋਂ। ਕਿਸ ਤਰੀਕੇ ਦੇ ਨਾਲ ਅਸੀਂ SGPC ਦੀ ਜਿਹੜੀ ਪਾਵਰ ਹੈ ਉਹਨੂੰ ਖਤਮ ਕਰਨ ਦੇ ਉਪਰਾਲੇ ਹਿੰਦੁਸਤਾਨ ਦੀ ਸਰਕਾਰ ਨੇ ਕੀਤੇ, ਉਹ ਸਾਡੇ ਸਾਹਮਣੇ ਹੈ। ਉਹਨਾਂ ਨੇ ਵੀ ਕੋਈ SGPC ਨੂੰ ਮਜ਼ਬੂਤ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਤੇ ਉਹਨਾਂ ਨੇ ਵੀ ਅੱਜ ਕੇ ਮਤਲਬ ਸਿੱਖਾਂ ਨੂੰ ਕਮਜ਼ੋਰ ਕਰਨ ਦੇ ਹੀ ਯਤਨ ਕੀਤੇ ਆ ਪੂਰੇ 70-75 ਸਾਲਾਂ ਦੇ ਵਿੱਚ। ਜੋ ਸਿੱਖਾਂ ਦੇ ਨਾਲ ਹੋਇਆ ਉਹ ਪੂਰੀ ਹਿਸਟਰੀ ਹੈ। ਤੇ ਇੱਕ ਗੱਲ ਇਹਨਾਂ ਨੇ ਕੀਤੀ ਕਿ ਕੋਵਿਡ ਬੜਾ ਫੈਲਿਆ ਹੋਇਆ। ਮੈਂ ਸਮਝਦਾ ਹਾਂ ਕਿ ਕੋਵਿਡ ਜ਼ਰੂਰ ਫੈਲਿਆ, ਸਭ ਜਗ੍ਹਾ ਕੋਵਿਡ ਹੈ, ਲੇਕਿਨ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜੇ ਸਟੂਡੈਂਟਸ ਹੈਗੇ, ਹੋਰ H1 ਵੀਜ਼ਾ, ਫਲਾਣਾ ਵੀਜ਼ਾ ਜਿਹੜੇ ਵਰਕਰ ਹੈਗੇ ਉਹ ਮੂਵ ਕਰ ਰਹੇ ਹਨ। ਸਿਰਫ ਜਿਹੜੀ ਮਤਲਬ ਪਾਬੰਦੀ ਲੱਗੀ ਆ ਉਹ ਸ਼ਰਧਾਲੂ ਦੇ ਮੱਥਾ ਟੇਕਣ ਤੇ ਹੀ ਲੱਗੀ ਹੋਈ ਹੈ। ਸੋ ਇਹ ਵੀ ਜਿਹੜੀ ਅਪਰੋਚ ਹੈ ਇਹ ਬੜੀ ਨੈਗੇਟਿਵ ਅਪਰੋਚ ਹੈ। ਇਹਦੇ ਪਿੱਛੇ ਮਨਸ਼ਾ ਹੋਰ ਹੈ, ਬਹਾਨਾ ਕੋਵਿਡ ਦਾ ਹੈਗਾ। ਸੋ ਉਮੀਦ ਹੈ ਜਿਹੜਾ ਲਾਲਪੁਰਾ ਸਾਹਿਬ ਨੇ ਉਪਰਾਲਾ ਕੀਤਾ, ਦਿੱਲੀ ਦੇ ਵਿੱਚ ਬੈਠੇ ਲੀਡਰਾਂ ਦੇ ਮਨ ਦੇ ਵਿੱਚ ਇਹ ਗੱਲ ਆਵੇ ਕਿ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਣ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਕੇ ਖੋਲਣ ਤੇ ਸਿੱਖ ਜਿਹੜੇ ਜਾ ਕੇ ਗੁਰੂ ਧਾਮਾਂ ਦੇ ਵਿੱਚ ਆਪਣੇ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋਣ। ਜੀ ਥੈਂਕ ਯੂ ਵੈਰੀ ਮਚ। ਲਾਲਪੁਰਾ ਸਾਹਿਬ, ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ। ਜੋ ਗੱਲ ਅਮਰਿੰਦਰ ਜੀ ਨੇ ਕਹੀ ਹੈ, ਉਹਨਾਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਦੀ ਪਹੁੰਚ ਹੈਗੀ ਹੈ, ਇਹ ਲਾਂਘਾ ਨਹੀਂ ਖੋਲ੍ਹਿਆ ਜਾ ਰਿਹਾ, ਜਾਣਬੁੱਝ ਕੇ ਇੱਕ ਤਰੀਕੇ ਨਾਲ ਵਿਤਕਰੇ ਵਾਲੀ ਗੱਲ ਕੀਤੀ ਜਾ ਰਹੀ ਹੈ। ਜੋ ਦੁਨੀਆ 'ਚ ਹੋਰ ਸਭ ਕੁਝ ਹੋ ਰਿਹਾ ਹੈ ਤਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਰੇ 'ਚ ਕਿਉਂ ਕਿੰਤੂ ਪਰੰਤੂ ਕੀਤੇ ਜਾ ਰਹੇ ਹੈ? ਜੀ ਸਿੱਧੂ ਸਾਹਿਬ ਕੈਨੇਡਾ ਦੇ ਵਿੱਚ ਸਾਡੀ ਐਂਟਰੀ ਅੱਜ ਵੀ ਬੰਦ ਹੈ, ਯੂਰਪ ਦੇ ਵਿੱਚ ਵੀ ਬੰਦ ਹੈਗੀ ਹੈ। ਮੈਂ ਆਪਣੇ ਭਰਾ ਨਾਲ ਕਿਸੇ ਗੱਲ ਤੇ ਆਪਣੀ ਗੱਲ ਜ਼ਰੂਰ ਰੱਖ ਸਕਦਾ, ਸਹਿਮਤੀ ਪ੍ਰਗਟ ਨਹੀਂ ਕਰਾਂਗਾ। ਕਾਰਨ ਕੀ ਹੈ, ਅਸੀਂ ਇਕੱਠੇ ਇੱਕ ਸਟੇਜ ਤੇ ਬੈਠੇ ਹਾਂ ਤੇ ਕਿਸੇ ਗੱਲ ਤੇ ਤਾਂ ਸਾਨੂੰ ਇਕੱਠੇ ਹੋ ਕੇ ਜਾਣਾ ਚਾਹੀਦਾ। ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਬਾਰੇ ਮੈਂ ਸਮਝਦਾ ਆਪ ਜੀ ਨੂੰ ਬੇਨਤੀ ਕਰਾਂਗਾ। ਇੱਕ ਸਰਦਾਰ ਭੂਪੀਸ਼ਣ ਸਿੰਘ ਗੁਰਾਇਆ ਜਿਨ੍ਹਾਂ ਨੇ ਸਰਦਾਰ ਕੁਲਦੀਪ ਸਿੰਘ ਬਡਾਲਾ ਨਾਲ ਮਿਲ ਕੇ ਤਕਰੀਬਨ 20 ਸਾਲ ਅਰਦਾਸ ਕੀਤੀ ਹੈ ਉੱਥੇ, 20-22 ਸਾਲ, ਔਰ ਮੈਂ ਵੀ ਉਸ ਅਰਦਾਸ ਦੇ ਵਿੱਚ ਸ਼ਾਮਲ ਹੁੰਦਾ ਰਿਹਾ। ਆਪ ਜੀ ਉਹਨਾਂ ਦੀ ਕਿਤੇ ਗੱਲ ਸੁਣ ਲਿਓ, ਤੁਹਾਨੂੰ ਸਾਰਾ ਹੀ ਚਾਨਣਾ ਪਾ ਦੇਣਗੇ। ਨੰਬਰ ਟੈਲੀਫੋਨ ਦਾ ਮੈਂ ਦੇ ਦਿਆਂਗਾ ਵੀ
ਇਹ ਕਿਵੇਂ ਸ਼ੁਰੂ ਹੋਇਆ, ਇਹਦੇ ਪਿੱਛੇ ਕੀ ਕਹਾਣੀ ਹੈ। ਲੇਕਿਨ ਅਸੀਂ ਇਹਨਾਂ ਗੱਲਾਂ ਤੋਂ ਕੁਝ ਲੈਣਾ ਦੇਣਾ ਨਹੀਂ। ਗੱਲ ਇਹ ਹੈ ਕਿ ਮਾਸਟਰ ਜੀ ਜੋ ਆਦਮੀ ਸੰਸਾਰ 'ਚ ਨਹੀਂ, ਉਹਨਾਂ ਨੇ ਇੱਕ ਅੱਛਾ ਫੈਸਲਾ ਕੀਤਾ, ਜਾਂ ਜੋ ਫੈਸਲਾ ਕੀਤਾ ਉਹ ਸਾਡੀ ਪੰਥਕ ਸਭਾ 'ਚ ਡਿਬੇਟ ਹੋ ਸਕਦੀ ਹੈ। ਲੇਕਿਨ ਇੱਕ ਗੱਲ ਬਿਲਕੁਲ ਸੱਚੀ ਹੈ ਕਿ ਜੋ ਬਲੂ ਸਟਾਰ ਹੋਇਆ, ਜੋ ਦਿੱਲੀ ਕਤਲੇਆਮ ਹੋਇਆ, ਉਹਨਾਂ ਦੇ ਦੋਸ਼ੀ ਕੌਣ ਨੇ, ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਵੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕਿਹੜਾ ਕੰਮ ਸਿੱਖ ਪੰਥ ਦੇ ਖਿਲਾਫ ਕੀਤਾ ਤੇ ਕਿਉਂ ਕਰਨਗੇ। ਅਸੀਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਿੱਖਾਂ ਦੇ ਨਾਲ ਖੜੀ ਹੈ, ਔਰ ਮੈਂ ਸਮਝਦਾ ਵੀ ਜਾਤੀ ਵੀ ਕਿਸੇ ਵੀਰ ਦਾ ਕੰਮ ਹੈ ਤੇ ਮੈਨੂੰ ਦੱਸੋ, ਮੈਂ ਹੋ ਕੇ ਨਾਲ ਕਰਵਾਵਾਂਗਾ। ਜਮਾਤੀ ਕੰਮ ਹੈ, ਸਾਰੇ ਹੋਣਗੇ, ਚਾਹੁੰਦੇ ਆ ਉਹ ਕੰਮ ਮਸਲਾ ਹੱਲ ਹੋ ਜਾਈਏ। ਅਸੀਂ ਇਸ ਗੱਲ ਨੂੰ, ਜਿਹਨੇ ਧੋਖਾ ਕੀਤਾ, ਜੇ ਜਵਾਹਰ ਲਾਲ ਨਹਿਰੂ ਨਹੀਂ ਹੈਗਾ, ਉਹ ਤਾਂ ਚਲੋ ਯੈਸ ਸਰ, ਚਲੋ ਉਹਨਾਂ ਦੇ ਨੁਮਾਇੰਦੇ ਅੱਜ ਜਿਵੇਂ ਲਾਲਪੁਰਾ ਸਾਹਿਬ ਆਪਣੀ ਡਿਬੇਟ 'ਚ ਪੈਨਲ ਤੇ ਨਹੀਂ ਹੈਗੇ, ਪਰ ਇੱਕ ਗੱਲ ਜਿਹੜੀ ਅਮਰਿੰਦਰ ਜੀ ਨੇ ਕਹੀ ਆ, ਉਹਨਾਂ ਨੇ ਤਾਂ ਕਹੀ ਹੈ ਇਹ ਗੱਲ ਕਿ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹਨੂੰ ਪ੍ਰੈਕਟੀਕਲ ਸ਼ੇਪ ਅਸੀਂ ਉਮੀਦ ਕਰਦੇ ਹਾਂ, ਜਿੱਦਾਂ ਤੁਸੀਂ ਕਿਹਾ ਇਨੀਸ਼ੀਏਟਿਵ ਲਓਗੇ, ਇਹ ਸਾਹਮਣੇ ਆਉਣਾ ਚਾਹੀਦਾ। ਸਿੱਧੂ ਸਾਹਿਬ ਇੱਕ ਗੱਲ ਮੈਂ ਹੋਰ ਜੋੜਨੀ ਚਾਹੁੰਦਾ, ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੀ ਰਚਨਾ ਕਿਹਨੇ ਕੀਤੀ ਹੈ? ਕੀ ਭੁਪਿੰਦਰ ਸਿੰਘ ਹੁੱਡਾ ਉਹਦੇ ਲਈ ਦੋਸ਼ੀ ਨਹੀਂ? ਹਾਂਜੀ, ਦੂਜੀ ਗੱਲ, ਅਸੀਂ ਤਾਂ ਉਹਦੇ ਖਿਲਾਫ ਸੁਪਰੀਮ ਕੋਰਟ 'ਚ ਗਏ ਹਾਂ। ਅਗਲੀ ਗੱਲ ਹੈਗੀ ਹੈ, ਜਿਹੜਾ ਤੁਹਾਡਾ ਇਹਨੂੰ ਜੇ ਖਾਲਸਾ ਪੰਥ ਨੇ ਇਹ ਕੀਤਾ ਕਿ ਕੇਵਲ ਅੰਮ੍ਰਿਤਧਾਰੀ ਜਾਂ ਦੂਜਾ ਜਿਹੜਾ ਪੂਰਨ ਗੁਰਸਿੱਖ ਹੀ ਮੈਂਬਰ ਵੋਟਰ ਹੋਣਾ ਚਾਹੀਦਾ ਔਰ ਸਹਿਜਧਾਰੀ ਨਹੀਂ ਹੋਣਾ ਚਾਹੀਦਾ, ਤੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਇਹਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਔਰ ਉਹਦੇ ਬਾਰੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੇ। ਮੋਦੀ ਸਾਹਿਬ ਨੇ ਤਾਂ ਉਹ ਐਕਟ ਵੀ ਅਮੈਂਡ ਕੀਤਾ। ਥੈਂਕ ਯੂ ਵੈਰੀ ਮਚ। ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ, ਲੈਣੇ ਇੱਕ ਛੋਟੀ ਬ੍ਰੇਕ ਤੋਂ ਬਾਅਦ ਇਸੇ ਅਹਿਮ ਮੁੱਦੇ ਤੇ ਆ ਰਹੇ ਵਾਪਸ। ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਦਾਂ ਪਾਕਿਸਤਾਨ ਨੇ ਹਾਮੀ ਭਰੀ ਹੈ, ਇਸੇ ਤਰੀਕੇ ਨਾਲ ਜਿਹੜਾ ਦੁਨੀਆ ਭਰ 'ਚ ਬੈਠਾ ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਭਾਰਤ ਵੱਲੋਂ ਵੀ ਇਹ ਲਾਂਘਾ ਜਿਹੜਾ ਖੁੱਲ੍ਹਣਾ ਚਾਹੀਦਾ ਹੈ। ਇਸੇ ਮੁੱਦੇ ਤੇ ਆਪਾਂ ਲਵਾਂਗੇ ਸਵਾਲ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੇ ਜਿਹੜੇ ਦਰਸ਼ਕਾਂ ਦਾ ਸਵਾਗਤ। ਪੰਜੋਲੀ ਸਾਹਿਬ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਤੁਸੀਂ ਕਮੈਂਟ ਕੀਤੇ ਸੀ, ਅਮਰਿੰਦਰ ਜੀ ਨੇ ਵੀ ਉਹਦਾ ਜਵਾਬ 'ਚ ਕਹੀ ਆ ਗੱਲ। ਉਹਨਾਂ ਨੇ ਸਿੱਖ ਆਗੂਆਂ ਬਾਰੇ ਗੱਲ ਕੀਤੀ ਹੈ, ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਬੀਬਾ ਹਰਸਿਮਰਤ ਦਾ ਵਿਰੋਧ ਕਰਦੇ ਰਹੇ ਜਾਂ ਕੈਪਟਨ ਅਮਰਿੰਦਰ ਵਿਰੋਧ ਕਰਦੇ ਰਹੇ ਹੈ। ਇਹ ਉਹਨਾਂ ਦਾ ਸਵਾਲ ਹੈਗਾ। ਪਰ ਇੱਕ ਸਵਾਲ ਜਿਹੜਾ ਪੰਜੋਲੀ ਜੀ ਮੈਂ ਲੈਣਾ ਚਾਹੁੰਦਾ ਹਾਂ, ਉਹ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜੇ ਖੁੱਲ੍ਹਦਾ ਹੈ, ਜਿਸ ਤਰ੍ਹਾਂ ਪਹਿਲਾਂ ਖੁੱਲਿਆ, ਤਾਂ ਦੁਨੀਆ ਭਰ 'ਚ ਸੁਨੇਹਾ ਗਿਆ ਕਿ ਦੋਹਾਂ ਮੁਲਕਾਂ 'ਚ ਨਫ਼ਰਤ ਦੀ ਥਾਂ ਇੱਕ ਦੋਸਤੀ ਦਾ ਸੁਨੇਹਾ। ਅਸੀਂ ਹਮੇਸ਼ਾ ਸਾਡੇ ਬਾਰੇ ਕਿਹਾ ਜਾਂਦਾ ਬਾਰਡਰ ਸਟੇਟ ਹੈ, ਬਾਰਡਰ ਸਟੇਟ ਹੈ, ਪਰ ਬਾਰਡਰ ਸਟੇਟ ਨੂੰ ਭੱਠੀ 'ਚ ਕਿਉਂ ਚੁੱਕਿਆ ਜਾਵੇ? ਜੇ ਦੋਨਾਂ ਮੁਲਕਾਂ 'ਚ ਨਫ਼ਰਤ ਹੈ, ਉਹ ਨਫ਼ਰਤ ਦੀ ਪੀੜਾ ਕਿਹਨੇ ਹੰਡਾਈ? ਜੇ ਵੰਡ ਦੀ ਗੱਲ ਕੀਤੀ ਆ ਤੁਸੀਂ, ਤਾਂ ਅਸੀਂ ਹੰਡਾਈ। ਜੇ ਹੁਣ ਵੀ ਨਫ਼ਰਤ ਦੀ ਪੀੜਾ ਪਾਕਿਸਤਾਨ ਦੇ ਨਾਲ, ਹਿੰਦੁਸਤਾਨ ਦੇ ਨਾਲ, ਤਾਂ ਕਿਹਦੇ ਪਿੰਡੇ ਤੇ ਹੰਡਾਈ ਜਾਂਦੀ ਹੈ? ਪੰਜਾਬੀਆਂ ਦੇ। ਘੱਟੋ ਘੱਟ ਨਫ਼ਰਤ ਦੀ ਥਾਂ ਕਰਤਾਰਪੁਰ ਦਾ ਲਾਂਘਾ ਜਿਹੜਾ ਸੁਨੇਹਾ ਦੇ ਰਿਹਾ, ਦੋਨਾਂ ਮੁਲਕਾਂ 'ਚ ਦੋਸਤੀ ਦਾ ਪੈਗਾਮ ਵੀ ਜਾਣਾ ਚਾਹੀਦਾ ਹੈ, ਜਿਹਦੇ ਨਾਲ ਜਿਹੜਾ ਸਾਡੇ ਦੋਨਾਂ ਮੁਲਕਾਂ ਦੀ ਸਦਭਾਵਨਾ ਤੇ ਖੁਸ਼ਹਾਲੀ ਦਾ ਦੌਰ ਵੀ ਸ਼ੁਰੂ ਹੋ ਸਕਦਾ ਹੈ ਔਰ ਨਫ਼ਰਤ ਦੀਆਂ ਦੀਵਾਰਾਂ ਟੁੱਟਣਗੀਆਂ ਜਿੱਦਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਤੋੜੀਆਂ। ਜੀ ਪੰਜੋਲੀ ਸਾਹਿਬ, ਇਸ ਮੁੱਦੇ ਤੇ ਵੀ ਜਵਾਬ, ਪਰ ਪਹਿਲਾਂ ਜਿਹੜਾ ਅਮਰਿੰਦਰ ਜੀ ਨੇ ਗੱਲ ਕੀਤੀ ਹੈ ਉਸ ਮੁੱਦੇ ਤੇ ਮੈਂ ਜਵਾਬ ਚਾਹਾਂਗਾ। ਜੀ ਪੰਜੋਲੀ ਜੀ। ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ, ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜਿਸ ਕਿਸੇ ਮਨੁੱਖ ਨੇ ਜਿੰਨਾ ਕੁ ਵੀ ਯਤਨ ਕੀਤਾ, ਮੈਂ ਉਹਦਾ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਧੰਨਵਾਦੀ ਹੈ। ਕਿਸੇ ਨੇ ਇੱਕ ਡਿੰਗ ਪੱਟੀ, ਕਿਸੇ ਨੇ 10 ਪੁੱਟੀਆਂ, ਅਸੀਂ ਉਹਦਾ ਰਿਣੀ ਰਹਾਂਗੇ। ਦੂਜੀ ਗੱਲ, ਮੈਂ ਸਰ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ, ਇਸ ਗੱਲ ਦਾ ਧਿਆਨ ਰੱਖਣ ਦਾ ਯਤਨ ਕਰਨਾ ਚਾਹੀਦਾ। ਦੇਸ਼ ਦੀ ਵੰਡ ਦੇ ਸਮੇਂ ਨੁਕਸਾਨ ਸਿੱਖ ਪੰਥ ਦਾ ਹੋਇਆ। ਸਿੱਖ ਕਦਾਚਿਤ ਨਹੀਂ ਸੀ ਚਾਹੁੰਦੇ ਕਿ ਸਿੱਖਾਂ ਦਾ ਨੁਕਸਾਨ ਹੋਵੇ, ਸਿੱਖਾਂ ਦੇ ਗੁਰਧਾਮ ਪਾਕਿਸਤਾਨ 'ਚ ਰਹਿਣ, ਸਾਡੀ ਵਿਰਾਸਤ ਅੱਧ ਤੋਂ ਵੱਧ ਪਾਕਿਸਤਾਨ ਵਿੱਚ ਰਹਿ ਗਈ। ਇਸ ਕਰਕੇ ਸਿੱਖ ਨਹੀਂ ਸੀ ਚਾਹੁੰਦਾ ਦੇਸ਼ ਦੀ ਵੰਡ ਹੋਵੇ। ਜਿਨਾਹ ਚਾਹੁੰਦਾ ਸੀ, ਨਹਿਰੂ ਚਾਹੁੰਦਾ ਸੀ, ਦੇਸ਼ ਉਹਨਾਂ ਨੇ ਤੋੜਿਆ, ਸਿੱਖਾਂ ਨੇ ਤੋੜਨ ਦਾ ਯਤਨ ਨਹੀਂ ਕੀਤਾ। ਇਹ ਸਿੱਖਾਂ ਦੇ ਉੱਤੇ ਐਲੀਗੇਸ਼ਨ ਨਹੀਂ ਲਾਉਣਾ ਚਾਹੀਦਾ ਕਿ 10 ਲੱਖ ਸਿੱਖ ਮਾਸਟਰ ਤਾਰਾ ਸਿੰਘ ਦੀ ਗਲਤੀ ਕਰਕੇ ਮਾਰਿਆ ਗਿਆ। ਮੈਂ ਇਸ ਗੱਲ ਨਾਲ ਬਿਲਕੁਲ ਕਦਾਚਿਤ ਵੀ ਸਹਿਮਤ ਨਹੀਂ। ਦੂਜੀ ਗੱਲ, ਇੱਕ ਗੱਲ ਲਾਲਪੁਰਾ ਸਾਹਿਬ ਨੇ ਕਹੀ ਸੀ ਕਿ ਪਾਕਿਸਤਾਨ ਦੇ ਵਿੱਚ ਅਕਾਬ ਬੋਰਡ ਜਿਹੜਾ ਹੈ
ਉਹ ਗੁਰਦੁਆਰੇ ਦਾ ਅਸਲੀ ਪ੍ਰਬੰਧਕ ਹੈ। ਭਾਵੇਂ ਗੁਰਦੁਆਰਾ ਨਨਕਾਣਾ ਸਾਹਿਬ ਕਮੇਟੀ ਬਣੀ ਵੀ ਹੋਈ ਹੈ। ਇੱਕ ਵਾਰੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਪਾਕਿਸਤਾਨ ਗਏ ਸੀ। ਉਹਨਾਂ ਨਾਲ ਚਾਹ ਪਾਣੀ ਦੇ ਸਮੇਂ ਜਰਨਲ ਜ਼ਿਆਉੱਲਾ ਹੱਕ ਨੇ ਟੌੜਾ ਸਾਹਿਬ ਨੂੰ ਇੱਕ ਸਵਾਲ ਕੀਤਾ। ਉਹਨਾਂ ਨੂੰ ਕਿਹਾ ਕਿ ਜੀ ਅਸੀਂ ਪਾਕਿਸਤਾਨ ਗੁਰਧਾਮਾਂ ਦਾ ਅਕਾਬ ਬੋਰਡ ਦੇ ਰਾਹੀਂ ਕਿੰਨਾ ਅੱਛਾ ਪ੍ਰਬੰਧ ਕੀਤਾ, ਕੀ ਤੁਸੀਂ ਸੰਤੁਸ਼ਟ ਹੋ? ਟੌੜਾ ਸਾਹਿਬ ਦਾ ਜਵਾਬ ਸੀ ਕਿ ਜੇ ਮੱਕੇ ਦਾ ਪ੍ਰਬੰਧ ਕਿਸੇ ਗੈਰ ਮੁਸਲਮਾਨ ਨੂੰ ਦੇ ਦਿੱਤਾ ਜਾਵੇ, ਕੀ ਮੁਸਲਮਾਨ ਦੀ ਸੰਤੁਸ਼ਟੀ ਹੋ ਸਕਦੀ ਹੈ? ਜੀ। ਤੇ ਜਰਨਲ ਜ਼ਿਆਉੱਲਾ ਹੱਕ ਨੇ ਕਿਹਾ ਵੀ ਨਹੀਂ ਹੋ ਸਕਦੀ। ਟੌੜਾ ਸਾਹਿਬ ਨੇ ਕਿਹਾ ਫਿਰ ਸਿੱਖਾਂ ਦੀ ਸੰਤੁਸ਼ਟੀ ਨਹੀਂ ਹੋ ਸਕਦੀ ਜਿੰਨਾ ਚਿਰ ਗੁਰਦੁਆਰੇ ਦਾ ਪ੍ਰਬੰਧ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਕੇ ਬਾਗ, ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸੰਪੂਰਨ ਰੂਪ ਦੇ ਵਿੱਚ ਸਿੱਖਾਂ ਦੇ ਹੱਥ ਵਿੱਚ ਨਹੀਂ ਆਉਂਦਾ। ਅੱਜ ਵੀ ਉੱਥੇ ਇਹ ਸੱਚ ਹੈ। ਲਾਲਪੁਰਾ ਸਾਹਿਬ ਦੀ ਗੱਲ ਦੀ ਮੈਂ ਤਾਇਦ ਕਰਦਾ ਕਿ ਭਾਵੇਂ ਗੁਰਦੁਆਰਾ ਨਨਕਾਣਾ ਸਾਹਿਬ ਕਮੇਟੀ ਬਣੀ ਹੋਈ ਹੈ, ਪਰ ਅਸਲੀ ਪ੍ਰਬੰਧਕ ਉੱਥੇ ਅਕਾਬ ਬੋਰਡ ਹੀ ਹੈ। ਉਹੀ ਜ਼ਿਆਦਾਤਰ ਪ੍ਰਬੰਧ ਕਰਦੇ ਨੇ। ਜੇ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਆ ਜਾਵੇ ਤਾਂ ਵੀ ਮੈਂ ਸਮਝਦਾ ਕਿ ਪੰਜਾ ਸਾਹਿਬ, ਨਨਕਾਣਾ ਸਾਹਿਬ ਦਾ ਪ੍ਰਬੰਧ ਬਹੁਤ ਅੱਛਾ ਹੋ ਸਕਦਾ। ਨੰਬਰ 2 ਤੇ ਜੇ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਉਹ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰਿਆਂ ਲਈ, ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਲਈ ਉੱਥੇ ਜਾ ਸਕਦਾ ਹੈ, ਤਾਂ ਹਿੰਦੁਸਤਾਨ ਦੇ ਸਿੱਖ ਲਈ ਕੀ ਸਮੱਸਿਆ, ਕੀ ਪ੍ਰੋਬਲਮ ਹੈ? ਤੇ ਜਿੰਨਾ ਚਿਰ ਕਰਤਾਰਪੁਰ ਦਾ ਲਾਂਘਾ ਖੁੱਲਿਆ ਰਿਹਾ, ਸਿੱਖ ਉਧਰ ਜਾਂਦੇ ਰਹੇ, ਇੱਕ ਦੂਸਰੇ ਨੂੰ ਮਿਲਦੇ ਰਹੇ, ਤਣਾਅ ਬਹੁਤ ਘਟਿਆ ਸੀ, ਲੋਕਾਂ ਵਿੱਚ ਸ਼ਰਧਾ, ਸਤਿਕਾਰ, ਉਤਸ਼ਾਹ ਵਧਿਆ ਸੀ, ਮਿਲਵਰਤਨ ਦੀ ਭਾਵਨਾ ਪੈਦਾ ਹੋਈ, ਲੋਕਾਂ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ ਤੇ ਲੋਕ ਕਹਿੰਦੇ ਸੀ ਵੀ ਚੰਗਾ ਕਦਮ ਹੈ ਦੋਵੇਂ ਸਰਕਾਰਾਂ ਦਾ। ਤੇ ਮੈਂ ਇਹ ਸਮਝਦਾ, ਤੁਹਾਡੀ ਗੱਲ ਦੀ ਮੈਂ ਤਾਇਦ ਕਰਦਾ ਕਿ ਜੇ ਲਾਂਘੇ ਤੌਰ ਤੇ ਖੁੱਲੇ ਜਾਣ, ਜਿਵੇਂ ਅਮਰੀਕਾ ਕੈਨੇਡਾ ਦੇ ਬਾਰਡਰ ਖੁੱਲੇ ਹੋਏ ਨੇ, ਤੁਸੀਂ ਸਾਰਿਆਂ ਨੇ ਦੇਖੇ ਨੇ, ਵੇਖ ਕੇ ਆਏ ਹੋ ਕਿ ਸਵੇਰੇ ਲੋਕ ਜਾਂਦੇ ਨੇ, ਸ਼ਾਮ ਨੂੰ ਮੁੜੇ ਆਉਂਦੇ ਨੇ। ਇਸ ਤਰ੍ਹਾਂ ਹਿੰਦੁਸਤਾਨ ਦਾ ਪਾਕਿਸਤਾਨ ਦਾ ਬਾਰਡਰ ਖੋਲ ਦਿੱਤਾ ਜਾਣਾ ਚਾਹੀਦਾ, ਵਪਾਰ ਹੋਣਾ ਚਾਹੀਦਾ, ਭਰਾਤਰੀ ਭਾਈਚਾਰਕ ਸਾਂਝ ਸਾਡੀ ਮਜ਼ਬੂਤ ਹੋਣੀ ਚਾਹੀਦੀ ਹੈ, ਆਪਸੀ ਤਣਾਅ ਜਿਹੜਾ ਵਧਿਆ ਹੋਇਆ ਉਹਨੂੰ ਘਟਾਉਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਦੋਹੇ ਮੁਲਕਾਂ ਲਈ ਤਰੱਕੀ ਦੇ ਸਾਧਨ ਹੋਣਗੇ, ਦੋਹੇ ਮੁਲਕ ਖੁਸ਼ਹਾਲ ਹੋਣਗੇ, ਭਾਈਚਾਰਾ ਮਜ਼ਬੂਤ ਹੋਏਗਾ ਤੇ ਮਾਈਨੋਰਿਟੀ ਜਿਹੜੀ ਆ, ਘੱਟ ਗਿਣਤੀਆਂ ਜਿਹੜੀਆਂ ਨੇ ਉਹ ਖੁਸ਼ ਹੋਣਗੀਆਂ। ਤੇ ਮੈਂ ਇੱਕ ਲਾਲਪੁਰਾ ਸਾਹਿਬ ਨੂੰ ਕਹਿਣਾ ਚਾਹੁੰਦਾ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਸਿੱਖਾਂ ਨਾਲ ਕਿਸੇ ਕਿਸਮ ਦਾ ਵੀ ਮੋਦੀ ਸਰਕਾਰ ਨੇ ਕੋਈ ਧੱਕਾ ਨਹੀਂ ਕੀਤਾ। ਮੈਂ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਕਈ ਗੁਰਦੁਆਰੇ ਸਾਹਿਬਾਨ ਨੇ, ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਹੈ, ਗੁਰਦੁਆਰਾ ਇੱਕ ਹੋਰ 2-3 ਗੁਰਦੁਆਰੇ ਨੇ ਜਿਹੜੇ ਗੁਰਦੁਆਰੇ ਡਾਂਗਮਾਰ ਸਿੱਕਮ ਗੁਰਦੁਆਰਾ, ਉਹਨਾਂ ਨੂੰ ਮਤਲਬ ਦੂਜੇ ਤਰ੍ਹਾਂ ਨੇ ਕਬਜ਼ੇ ਕਰ ਲਿਆ। ਪੱਥਰ ਜਗਨਨਾਥਪੁਰੀ ਦਾ ਲਾਲਪੁਰਾ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੀ ਪਹੁੰਚ ਹੈ ਬੀਜੇਪੀ ਤੱਕ। ਤੇ ਮੈਂ ਇਹ ਵੀ ਗੱਲ, ਇਹਨਾਂ ਦੀ ਗੱਲ ਦੀ ਤਾਇਦ ਕਰਦਾ ਕਿ ਸਿੱਖ ਨੂੰ ਆਪਣਾ ਹਿਰਦਾ ਵਿਸ਼ਾਲ ਰੱਖਣਾ ਚਾਹੀਦਾ। ਰਾਜ ਅਸੀਂ ਮਾਈਨੋਰਿਟੀ 'ਚ ਹਾਂ, ਸਾਡਾ ਰਾਜ ਹਿੰਦੁਸਤਾਨ 'ਚ ਕਦੇ ਨਹੀਂ ਹੋ ਸਕਦਾ, ਲੇਕਿਨ ਸਾਨੂੰ ਵੱਖ-ਵੱਖ ਪਾਰਟੀਆਂ ਦੇ ਰਾਹੀਂ ਆਪਣੀ ਅਪਰੋਚ ਕਰਕੇ, ਆਪਣੇ ਡਾਇਲਾਗ ਸਿਸਟਮ ਦੇ ਰਾਹੀਂ ਇਹ ਯਤਨ ਕਰਨੇ ਚਾਹੀਦੇ ਨੇ ਕਿ ਸਿੱਖ ਮਸਲਾ ਜਿਹੜੀ ਵੀ ਪਾਰਟੀ ਹੱਲ ਕਰ ਸਕਦੀ ਹੈ, ਜਿਹੜਾ ਵੀ ਸਿੱਖ ਉੱਥੇ ਬੈਠਾ ਕਰਾ ਸਕਦਾ, ਉਹਨੂੰ ਕਰਾਉਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਇਹ ਯਤਨ ਸਾਡਾ ਜਾਰੀ ਰਹਿਣਾ ਚਾਹੀਦਾ। ਇਸ ਗੱਲ ਤੇ ਈਰਖਾ ਨਹੀਂ ਕਰਨੀ ਚਾਹੀਦੀ ਕਿ ਫਲਾਣਾ ਬੀਜੇਪੀ ਚਲਾ ਗਿਆ, ਫਲਾਣਾ ਕਾਂਗਰਸ ਚਲਾ ਗਿਆ, ਫਲਾਣਾ ਕਾਮਰੇਡਾਂ ਨਾਲ ਚਲਾ ਗਿਆ। ਜੇ ਕੋਈ ਸਿੱਖ ਕਿਸੇ ਪਾਰਟੀ 'ਚ ਬੈਠ ਕੇ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਵੱਲ ਕੋਈ ਯਤਨ ਕਰਦਾ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਜੀ, ਥੈਂਕ ਯੂ ਵੈਰੀ ਮਚ। ਲਾਲਪੁਰਾ ਸਾਹਿਬ, ਜਿਸ ਮੁੱਦੇ ਤੇ ਚਰਚਾ ਕਰ ਰਹੇ ਹਾਂ, ਤੁਸੀਂ ਆਪਣੇ ਕਮੈਂਟ ਦਾ ਜ਼ਰੂਰ ਕਰਿਓ। ਪਰ ਜਿਹੜਾ ਪੰਜੋਲੀ ਜੀ ਨੇ ਕਹੀ ਆ ਗੱਲ, ਉਹਨੇ ਕਿਹਾ ਹੈ ਵੀ ਮੋਦੀ ਸਰਕਾਰ ਦੇ ਹੁੰਦਿਆਂ ਵੀ ਕਈ ਥਾਵਾਂ ਤੇ ਧੱਕੇ ਹੋਏ। ਇੱਕ ਗੱਲ। ਦੂਜੀ ਗੱਲ ਲਾਲਪੁਰਾ ਸਾਹਿਬ ਇਹ ਵੀ ਬੜੀ ਵੱਡੀ ਹੈ ਕਿ ਦੋਨਾਂ ਮੁਲਕਾਂ 'ਚ ਜਦੋਂ ਕਦੇ ਟਕਰਾਅ ਹੁੰਦਾ, ਨਫ਼ਰਤ ਦੀ ਗੱਲ ਹੁੰਦੀ ਹੈ, ਤਾਂ ਸਾਡੇ ਜਿਹੜੇ ਧਾਰਮਿਕ ਸਥਾਨ ਹੈ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਜਦੋਂ ਪਹਿਲਾਂ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਸਾਡੇ ਧਾਰਮਿਕ ਸਥਾਨਾਂ ਦੇ ਜਿਹੜੇ ਦਰਸ਼ਨ ਹੈ ਉਹ ਬੰਦ ਕਰਵਾ ਦਿੱਤੇ ਜਾਂਦੇ ਆ, ਉਹਨਾਂ ਤੇ ਪਾਬੰਦੀਆਂ ਲੱਗ ਜਾਂਦੀਆਂ। ਘੱਟੋ ਘੱਟ ਕੋਈ ਇਹੋ ਜਿਹਾ ਸਿਸਟਮ ਦਾ ਹੋਣਾ ਚਾਹੀਦਾ ਕਿ ਮੁਲਕਾਂ 'ਚ ਜੇ ਕੋਈ ਮਤਭੇਦ ਹੈ ਤਾਂ ਸਾਡੇ ਜਿਹੜੇ ਧਾਰਮਿਕ ਸਥਾਨ ਹੈ, ਜਿੱਦਾਂ ਹੁਣ ਆਪਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰ ਰਹੇ ਹਾਂ, ਤਾਂ ਉੱਥੇ ਜਿਹੜੇ ਖੁੱਲੇ ਦਰਸ਼ਨ ਦੀਦਾਰ ਜਿਨ੍ਹਾਂ ਦੀਆਂ ਅਰਦਾਸਾਂ ਦਾ ਜ਼ਿਕਰ ਕਰ ਰਹੇ ਹਾਂ, ਉਹਦੀ ਆਗਿਆ ਤਾਂ ਹੋਣੀ ਚਾਹੀਦੀ ਹੈ। ਇਹਨਾਂ ਦੋਨਾਂ ਸਰਕਾਰਾਂ 'ਚ ਇਸ ਮੁੱਦੇ ਤੇ ਤਾਂ ਸਹਿਮਤੀ ਹੋਣੀ ਚਾਹੀਦੀ ਹੈ ਨਾ ਜੀ, ਕਿ ਇਹਨੂੰ ਰਾਜਨੀਤੀ ਤੋਂ ਵੱਖਰੇ ਤੌਰ ਤੇ ਰੱਖਿਆ ਜਾਵੇ। ਜੀ ਸਿੱਧੂ ਸਾਹਿਬ, ਆਪ ਦੀ ਗੱਲ ਬਿਲਕੁਲ ਠੀਕ ਹੈ। ਜੋ ਪੰਜੋਲੀ ਸਾਹਿਬ ਨੇ ਗੱਲਾਂ ਕੀਤੀਆਂ ਨੇ, ਮੈਂ ਉਹਦੀ ਤਾਇਦ ਹੀ ਕਰਦਾ ਹਾਂ
ਲੇਕਿਨ ਜਿਹੜੀ ਮੈਂ Okay. ਬੇਨਤੀ ਕੱਲ ਕਰ ਰਿਹਾ ਸੀ ਨਾ, ਅਸੀਂ ਗੁਰਦੁਆਰਾ ਗਿਆਨ ਗੋਦੜੀ ਦੀ ਹੀ ਗੱਲ ਕਰ ਰਹੇ ਸੀ। ਗੁਰਦੁਆਰਾ ਗਿਆਨ ਗੋਦੜੀ 1984 ਦੇ ਉੱਤੇ ਉੱਥੋਂ ਹਰਕੀ ਪੌੜੀ ਨੂੰ ਢਾਹ ਕੇ ਜਦੋਂ ਉੱਥੇ ਭਗਦੜ ਮਚੀ ਆ, ਉਹ ਜਗ੍ਹਾ ਖਾਲੀ ਕਰਵਾਤੀ ਗਈ ਹੈ। ਸੋ ਅਰਦਾਸ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ ਕਿ ਸਾਡੀਆਂ ਬੇਨਤੀਆਂ ਸਰਕਾਰ ਪ੍ਰਵਾਨ ਕਰ ਲੈ, ਔਰ ਉਹਨਾਂ ਨੇ ਸਾਨੂੰ ਆਖਿਆ ਕਿ ਅਸੀਂ ਯਤਨ ਕਰਾਂਗੇ ਜਿਹੜਾ ਇਹਨੂੰ ਖਤਮ ਕਰਾਉਣ ਦਾ, ਇਹਨੂੰ ਮਸਲਾ ਜ਼ਰੂਰ ਹੱਲ ਕਰਾਵਾਂਗੇ। ਇਹੀ ਗੁਰਦੁਆਰਾ ਡਾਂਗ ਮਾਰਦਾ ਸੀਗਾ, ਇਹੀ ਗੁਰਦੁਆਰਾ ਅਸੀਂ ਜਗਨਨਾਥਪੁਰੀ ਵਾਲੇ ਦੀ ਗੱਲ ਕਰਕੇ ਆਏ ਸੀ। ਇਹ ਹੈ ਕਿ ਪੱਥਰ ਸਾਹਿਬ ਕੱਲ ਕਿਤੇ ਸਾਡੇ ਧਿਆਨ 'ਚ ਨਹੀਂ ਰਿਹਾ, ਤੇ ਅਸੀਂ ਮੈਂ ਉਹਨੂੰ ਕੋਸ਼ਿਸ਼ ਕਰਾਂਗਾ ਕਿ ਅਗਲੀ ਵਾਰੀ ਗੁਰਦੁਆਰਾ ਪੱਥਰ ਸਾਹਿਬ ਜਿਹੜਾ ਆਰਮੀ ਦੇ ਕਬਜ਼ੇ 'ਚ ਹੈਗਾ, ਉੱਥੇ ਵੀ ਕੁਛ ਐਸੀ ਜਿਹੜੀ ਸਥਿਤੀ ਬਣਾਈ ਜਾਵੇ ਜਿੱਥੇ ਅਸੀਂ ਕਰ ਸਕੀਏ। ਜਿੱਥੋਂ ਤੱਕ ਪਾਕਿਸਤਾਨ ਸਰਕਾਰ ਦਾ ਸੰਬੰਧ ਹੈ, ਉੱਥੇ ਸਿੱਖਾਂ ਦੀ ਆਬਾਦੀ ਪਹਿਲਾਂ ਜਿਹੜਾ ਅਸਲੀ ਪਾਕਿਸਤਾਨ ਹੈ, ਜਿਹਨੂੰ ਅਸੀਂ ਵੈਸਟਰਨ ਪੰਜਾਬ ਕਹਿੰਦੇ ਆ, ਲਹਿੰਦਾ ਪੰਜਾਬ ਹੈ, ਉਹਦੇ 'ਚ ਤਾਂ ਜ਼ੀਰੋ ਹੈ। ਜਿਹੜੇ ਇਹ 8000 ਲੋਕ ਨੇ, ਜਾਂ ਤਾਂ ਇਹ ਖੈਬਰ ਪਖਤੂਨਵਾ ਤੋਂ ਆਏ ਹੈ ਤੇ ਜਾਂ ਆਏ ਹੈ ਸਿੰਧ ਤੋਂ, ਔਰ ਉਹਨਾਂ ਦੀਆਂ ਵੀ ਜੇ ਅਸੀਂ 550 ਸਾਲਾ ਮਨਾ ਰਹੇ ਸੀ ਗੁਰੂ ਸਾਹਿਬ ਦਾ ਗੁਰਪੁਰਬ, ਤੇ ਸਾਡੇ ਜਿਹੜੇ ਗ੍ਰੰਥੀ ਸਾਹਿਬ ਹੈ ਗਿਆਨੀ ਜੀ, ਉਹਨਾਂ ਦੀ ਬੇਟੀ ਕਿਡਨੈਪ ਹੋ ਜਾਂਦੀ ਆ ਉੱਥੋਂ, ਔਰ ਅਸੀਂ ਉਹਨਾਂ ਤੋਂ ਉਸ ਕੁੜੀ ਨੂੰ ਵਾਪਸ ਵੀ ਨਹੀਂ ਲਿਆ ਸਕਦੇ, ਤੇ ਸਾਡੀ ਸਥਿਤੀ ਦੱਸੋ ਕੀ ਹੋਏਗੀ। ਜਿਹੜੇ ਲੋਕਾਂ ਨੇ ਅੱਜ ਤੱਕ ਵੀ ਉਹ ਕੁੜੀ ਇਸਲਾਮ ਧਾਰਨ ਕਰ ਗਈ ਹੈ, ਜੇ 8000 ਬੰਦਿਆਂ ਨੂੰ ਵੀ ਤੁਸੀਂ ਧੱਕੇ ਨਾਲ ਇਸਲਾਮ ਕਬੂਲ ਕਰਾ ਲੈਣਾ ਹੈ, ਜਿਵੇਂ ਪਹਿਲਾਂ ਔਰੰਗਜ਼ੇਬ ਤੇ ਦੂਜੇ ਕਰਾਉਂਦੇ ਰਹੇ ਆ, ਤੇ ਫਿਰ ਤਾਂ ਸਾਡੀ ਸਥਿਤੀ ਜਿਹੜੀ ਹੈ ਇਹਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਿੱਖ ਭਰਾਵਾਂ ਨੂੰ ਚਿੰਤਾ ਕਰਨੀ ਚਾਹੀਦੀ ਹੈ। ਇੱਕ ਸਖਤ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਆਹ ਜਿਹੜਾ ਕੰਮ ਹੈ ਤੁਸੀਂ ਗਲਤ ਕੀਤਾ। ਆਓ ਅਸੀਂ ਸਰਬ ਪਾਰਟੀ ਡੈਲੀਗੇਸ਼ਨ ਲੈ ਕੇ ਸਾਰੇ ਮਿਲ ਕੇ ਮੋਦੀ ਸਾਹਿਬ ਨੂੰ ਕਹੀਏ ਕਿ ਆਹ ਸਾਡੇ ਮਸਲੇ ਆ, ਹੱਲ ਕਰਕੇ ਦਿਓ। ਔਰ ਮੈਨੂੰ ਆਸ ਹੈ ਜੋ ਉਹਨਾਂ ਦੀ ਅਪਰੋਚ ਹੈਗੀ, ਉਹ ਕਹਿੰਦੇ ਸੀ ਕਿ ਸਿੱਖੋं का कोई मसला भी है मेरे पास लेके आओ, मैं हल करूंगा। ओके तो मैं प्रधानमंत्री जी ਸਰ, ਮੈਂ ਇੱਕ ਸਵਾਲ ਜਿਹੜਾ ਹੈ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਕਿ ਬਹੁਤ ਅਹਿਮ ਪਹਿਲੂ ਹੈ, ਪਰ ਦੂਜਾ ਜਿਹੜਾ ਪਹਿਲੂ ਹੈ ਉਹ ਆਰਥਿਕਤਾ ਨਾਲ ਜੁੜਿਆ ਹੋਇਆ ਹੈ, ਕਿਉਂਕਿ ਕੁਝ ਫੋਰਸਸ ਐਸੀਆਂ ਹੈਗੀਆਂ ਜਿਹੜੀਆਂ ਚਾਹੁੰਦੀਆਂ ਨਹੀਂ ਕਿ ਸੜਕੀ ਰਸਤੇ ਆਵਾਜਾਈ ਹੋਏਗੀ। ਜੀ ਸੜਕੀ ਰਸਤੇ ਆਵਾਜਾਈ ਹੋਏਗੀ, ਚਾਹੇ ਸਾਡਾ ਕਿਸਾਨ ਹੈ ਚਾਹੇ ਪਾਕਿਸਤਾਨ ਦਾ ਕਿਸਾਨ ਹੈ, ਦੋਨਾਂ ਨੂੰ ਜਿਹੜਾ ਹੈਗਾ ਆਦਾਨ ਪ੍ਰਦਾਨ ਦੇ ਵਿੱਚ ਲਾਭ ਹੋਏਗਾ। ਹੁਣ ਸਾਰਾ ਕਾਰੋਬਾਰ ਸਮੁੰਦਰੀ ਰਸਤੇ ਹੈ, ਲਾਹੌਰ ਇੱਥੋਂ ਬੈਠ ਕੇ ਅਸੀਂ ਸੜਕ ਤੋਂ ਖੜਾ ਹੋ ਕੇ ਦੇਖ ਸਕਦੇ ਹਾਂ ਬਾਰਡਰ ਤੋਂ, ਪਰ ਜਦੋਂ ਕੋਈ ਆਦਾਨ ਪ੍ਰਦਾਨ ਹੁੰਦਾ ਹੈ ਤਾਂ ਸਮੁੰਦਰੀ ਰਸਤੇ ਹੁੰਦਾ ਹੈ। ਇਹ ਵੀ ਕਿਤੇ ਲਾਲਪੁਰਾ ਸਾਹਿਬ ਇਸ ਗੱਲ ਦੇ ਉੱਤੇ ਜ਼ੋਰ ਪੈਣਾ ਚਾਹੀਦਾ ਹੈ ਕਿ ਸੜਕੀ ਰਸਤੇ ਵੀ ਕਾਰੋਬਾਰ ਲਈ ਖੁੱਲ੍ਹਣੇ ਚਾਹੀਦੇ ਹੈ। ਇਹ ਵੀ ਬਹੁਤ ਵੱਡਾ ਮੁੱਦਾ ਹੈ, ਸਾਡੇ ਸਮੁੱਚੇ ਜਿੱਥੇ ਅਸੀਂ ਵਸਦੇ ਹਾਂ, ਸਾਡੇ ਸਮੁੱਚੇ ਵਿਕਾਸ ਨਾਲ ਜੁੜਿਆ ਹੋਇਆ ਮੁੱਦਾ ਹੈ। ਸਿੱਧੂ ਸਾਹਿਬ, ਵਾੜ ਤਾਂ ਲੱਗ ਗਈ ਸਾਡੇ, ਜਿਹਨੂੰ ਅਸੀਂ ਬਾਰਵਰਡ ਫੈਂਸਿੰਗ ਕਹਿ ਦਿੰਦੇ ਆ, ਉਹ ਤਾਂ ਲੱਗ ਗਈ ਆ ਪੰਜਾਬ ਦੇ ਵਿੱਚ। ਤੇ ਜਿਹੜਾ ਜਦੋਂ ਜੇ ਵਪਾਰ ਵੀ ਤਾਂ ਇੱਥੋਂ ਹੀ ਅਸੀਂ ਕਰਨਾ, ਅਸੀਂ ਤਾਂ ਅੱਗੇ ਛੋਟੀ-ਛੋਟੀਆਂ ਚੀਜ਼ਾਂ ਦਾ ਵੀ ਆਦਾਨ ਪ੍ਰਦਾਨ ਹੋਣਾ ਚਾਹੀਦਾ ਹੈ। ਪੰਜਾਬ ਦੇ ਵਿਕਾਸ ਲਈ ਇਹ ਟ੍ਰੈਫਿਕ ਜਿਹੜੀ ਹੈ ਇਸ ਰੂਟ ਤੋਂ ਚਾਲੂ ਹੋਣੀ ਬਹੁਤ ਲਾਜ਼ਮੀ ਹੈ, ਇੱਕ ਗੱਲ। ਦੂਜਾ ਪੁਆਇੰਟ ਮੈਂ ਆਪਦੇ ਧਿਆਨ 'ਚ ਲਿਆਉਣਾ, ਲਾਹੌਰ ਤੇ ਕਸੂਰ, ਇਸੇ ਤਰ੍ਹਾਂ ਸਿਆਲਕੋਟ, ਇਹ ਤਿੰਨੇ ਬਾਰਡਰ ਦੇ ਉੱਤੇ ਉਹਨਾਂ ਦੇ ਟਾਊਨ ਹੈਗੇ ਆ ਔਰ ਇੰਡਸਟਰੀਅਲੀ ਬੜੇ ਡਿਵੈਲਪ ਹੋਏ ਆ, ਲੇਕਿਨ ਬਦਕਿਸਮਤੀ ਖੇਮਕਰਨ, ਖਾਲੜਾ ਤੇ ਅੰਮ੍ਰਿਤਸਰ ਜਿਹੜੀਆਂ ਸਾਡੀਆਂ ਮੰਡੀਆਂ ਸੀ, ਰਮਦਾਸ, ਡੇਰਾ ਬਾਬਾ ਨਾਨਕ, ਉਹ ਟੋਟਲ ਹੀ ਬੰਦ ਹੋ ਗਈਆਂ, ਡਿਵੈਲਪਮੈਂਟ ਹੀ ਨਹੀਂ ਹੋਈ। ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਜਿਹੜੇ ਬਣੇ ਹੋਏ ਸਾਡੇ ਬਿਜ਼ਨਸ ਦੇ ਅਦਾਰੇ ਸੀ, ਬਟਾਲਾ ਟੋਟਲੀ ਬੰਦ ਹੋ ਗਿਆ। ਸੋ ਇੱਥੇ ਵੀ ਪੰਜਾਬ ਦਾ ਵਿਕਾਸ ਹੋਣਾ ਚਾਹੀਦਾ ਹੈ, ਔਰ ਪੰਜਾਬ ਦੇ ਵਿੱਚ ਉਦੋਂ ਹੀ ਵਿਕਾਸ ਹੋਏਗਾ ਜਦੋਂ ਅਮਨ ਸ਼ਾਂਤੀ ਹੋਏਗੀ, ਜਦੋਂ ਅਸੀਂ ਸੰਵਾਦ ਦਾ ਰਾਹ, ਗੁਰੂ ਨਾਨਕ ਦਾ ਰਾਹ, ਜਬ ਲਗ ਦੁਨੀਆ ਰਹੀਏ ਨਾਨਕ ਇਸ਼ਕ ਸੁਣੀਏ ਕਿਛ ਕਹੀਏ, ਉਹ ਕਰਨਾ ਪਏਗਾ ਸਾਨੂੰ। ਸਰ ਬਿਲਕੁਲ, ਜਿਹੜਾ ਮੈਂ ਅੱਗੇ ਸਵਾਲ ਲਵਾਂਗਾ, ਪਰ ਇੱਕ ਸਵਾਲ ਜਿੱਦਾਂ ਤੁਸੀਂ ਗੱਲ ਕੀਤੀ ਹੈ, ਕਮੈਂਟ ਮੈਂ ਜ਼ਰੂਰ ਲੈਣਾ ਚਾਹਾਂਗਾ ਕਿ ਜਿਹੜੀ ਨਫ਼ਰਤ ਦੀ ਪੋਲੀਟਿਕਸ ਹੈ ਦੋਨੋਂ ਮੁਲਕਾਂ 'ਚ, ਚਾਹੇ ਹਿੰਦੁਸਤਾਨ ਚਾਹੇ ਭਾਰਤ ਦੀ ਗੱਲ ਹੈ, ਉਹਦਾ ਟਾਰਗੇਟ ਅਸੀਂ ਹਮੇਸ਼ਾ ਬਣਦੇ ਹਾਂ। ਅਮਨ ਕਾਨੂੰਨ ਦੀ ਗੱਲ ਕੇਵਲ ਪੰਜਾਬ ਤੇ ਕਿਉਂ ਲਾਗੂ ਹੁੰਦੀ ਹੈ ਜੀ? ਅੱਗੇ ਨਾਲ ਦਿੱਲੀ ਲੱਗਦਾ, ਦੂਜੇ ਸੂਬੇ ਲੱਗਦੇ ਆ, ਹਿਮਾਚਲ ਲੱਗਦਾ, ਬਾਕੀ ਸਟੇਟਸ ਲੱਗਦੀਆਂ ਹੈਗੀਆਂ, ਤਾਂ ਪੰਜਾਬ ਦੇ ਆਪਾਂ ਰਹਿਣ ਵਾਲੇ ਹਾਂ। ਇਸ ਵੇਲੇ ਮੇਰਾ ਖਿਆਲ ਪੰਜਾਬ ਇਸ ਤੋਂ ਬਾਅਦ ਕੋਈ ਅਮਨ ਖੁਸ਼ਹਾਲੀ ਵਾਲਾ ਸੂਬਾ ਹੋ ਨਹੀਂ ਸਕਦਾ, ਪਰ ਫਿਰ ਵੀ ਬਾਰ-ਬਾਰ ਇਹੀ ਕਿਹਾ ਜਾਂਦਾ ਹੈ ਕਿ ਪੰਜਾਬ 'ਚ ਅਮਨ ਕਾਨੂੰਨ ਦਾ ਬਹੁਤ ਵੱਡਾ ਖਦਸ਼ਾ ਜਾਂ ਖਤਰਾ। ਜਦੋਂ ਦੇ ਅਸੀਂ ਜੰਮੇ ਪਲੇ ਹਾਂ ਲਾਲਪੁਰਾ ਸਾਹਿਬ, ਅਸੀਂ ਤਾਂ ਇਹੀ ਸੁਣਦੇ ਆ ਰਹੇ ਹਾਂ ਕਿ ਪੰਜਾਬ ਦੇ ਅਮਨ ਨੂੰ ਖਤਰਾ ਹੈ,
ਪੰਜਾਬ ਦੇ ਅਮਨ ਨੂੰ ਖਤਰਾ ਹੈ। ਅਸੀਂ ਕਦੋਂ ਬਾਹਰ ਆਵਾਂਗੇ ਇਦਾਂ ਦੀ ਗੱਲ ਤੋਂ? ਤਾਂ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਦੋਨੇ ਪਾਸੇ ਜੱਫੀਆਂ ਪੈਣ, ਲਾਂਘੇ ਖੁੱਲਣ ਔਰ ਨਫ਼ਰਤ ਦਾ ਮਾਹੌਲ ਖਤਮ ਹੋਵੇ। ਕੀ ਇਹ ਜਾਣਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਹੈ ਕਿ ਵੀ ਇਹ ਇਦਾਂ ਹੀ ਰਹੇ ਜੀ? ਲਾਲਪੁਰਾ ਸਾਹਿਬ। ਸਿੱਧੂ ਸਾਹਿਬ, ਇੱਕ ਗੱਲ ਸਰ ਅਮਰਿੰਦਰ ਸਿੰਘ ਨੇ ਕੀਤੀ ਸੀ। ਗੱਲ ਤਾਂ ਉਹਨਾਂ ਨੇ ਕੀਤੀ ਤਲਖ, ਜਿਨ੍ਹਾਂ ਦੇ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ। ਜਿਹੜੀ ਮਾਸਟਰ ਤਾਰਾ ਸਿੰਘ ਜੀ ਸਾਡੇ ਬਜ਼ੁਰਗ ਸਨ, ਸਾਡੇ ਪਿਤਾ ਸਮਾਨ ਸਨ, ਉਹਨਾਂ ਨੇ ਜੋ ਫੈਸਲਾ ਕੀਤਾ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ, ਸਿੱਖਾਂ ਦੇ ਭਲੇ ਨੂੰ ਦੇਖ ਕੇ ਕੀਤਾ ਹੋਏਗਾ। ਤੇ ਜਿਹੜਾ ਬੰਦਾ ਸੰਸਾਰ 'ਚ ਨਹੀਂ, ਜਿਹੜਾ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ, ਉਹਨੂੰ ਚੰਗਾ ਹੀ ਕਹਿਣਾ ਚਾਹੀਦਾ। ਲੇਕਿਨ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੜੇ ਵਾਅਦੇ ਸਾਡੇ ਨਾਲ ਹੋਏ ਸੀ, ਜਿਹੜਾ ਨਹਿਰੂ ਜਵਾਹਰ ਮਾਸਟਰ ਜੀ ਪੈਕਟ ਸੀਗਾ, 3 ਨੇਸ਼ਨ ਜਿਹੜੀ 3 ਲੈਂਗੁਏਜ ਫਾਰਮੂਲੇ ਵਾਲਾ, ਭੀਮ ਸਿੰਘ ਸੱਚਰ ਦੀ ਕਮੇਟੀ ਰਿਪੋਰਟ, ਉਹ ਤਾਂ ਤੁਹਾਨੂੰ ਮਿਲ ਜਾਊਗੀ। ਲੇਕਿਨ ਜਿਹੜਾ ਭਾਰਤ ਦੇ ਅੰਦਰ ਆਜ਼ਾਦੀ ਦਾ ਨਿੱਘ ਮਾਣਨ ਵਾਲੀ ਥਾਂ, ਉਹ ਕਿਤੇ ਲਿਖਿਆ ਨਹੀਂ ਹੈਗਾ। ਉਹ ਤਾਂ ਮੋਤੀ ਲਾਲ ਨਹਿਰੂ ਦੀ ਜਿਹੜੀ ਰਿਪੋਰਟ ਸੀ ਨਾ ਸਿੱਖਾਂ ਪ੍ਰਤੀ, ਭਾਰਤ ਦੇ ਪ੍ਰਤੀ ਕਾਸੀ 'ਚ, ਉਹਨੇ ਸਪਸ਼ਟ ਕਹਿ ਦਿੱਤਾ ਸੀ ਸਿੱਖਾਂ ਨੂੰ ਇੱਥੇ ਕੁਝ ਨਹੀਂ ਮਿਲਣਾ, ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲਣਗੇ। ਅਸੀਂ ਜਿਹੜੇ ਆ ਉਸ ਤੋਂ ਲੈ ਕੇ ਅਸੀਂ ਆਪਣਾ ਦਾਇਰਾ ਛੋਟਾ ਕਰਦੇ ਜਾ ਰਹੇ ਹਾਂ। ਸਾਡੇ ਨਾਲ ਕਿਹਨੇ ਧੋਖਾ ਕੀਤਾ, ਅਸੀਂ ਉਹ ਚੀਜ਼ਾਂ ਵਿਚਾਰੀਏ, ਔਰ ਵਿਚਾਰ ਕੇ ਜਿਹੜੀ ਹੈ ਨਾ, ਹਰ ਇੱਕ ਨਾਲ ਲੜਾਈ ਪਾ ਕੇ ਗੱਲ ਸਿਰੇ ਨਹੀਂ ਚੜ੍ਹਨੀ। ਕਿਸੇ ਨਾ ਕਿਸੇ ਆਪਣਾ ਪਰਾਇਆ ਤਾਂ ਪਛਾਣਨਾ ਪਏਗਾ। ਆਪਾਂ ਜੇ ਹੁਣ ਕਸ਼ਮੀਰ ਹੈ ਤਾਂ ਉਹ ਵੀ ਡਿਸਟਰਬਡ ਹੈ। ਕਿਉਂ ਡਿਸਟਰਬਡ ਹੈ ਦੁਨੀਆ ਜਾਣਦੀ ਹੈ। ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਜੇ ਪਾਸੇ ਰਾਜਸਥਾਨ ਹੈ, ਗੁਜਰਾਤ ਹੈ, ਉਹ ਪੀਸਫੁਲ ਹੈਗਾ ਤਾਂ ਉਹ ਵੀ ਬਾਰਡਰ ਸਟੇਟਾਂ ਹੀ ਹੈ। ਅਸੀਂ ਦੋਵੇਂ ਸਟੇਟਾਂ ਦੇ ਵਿੱਚ ਮਿਨੋਰਟੀ ਹੈ। ਤੇ ਸਾਨੂੰ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਜਿਵੇਂ ਹਿੰਦੁਸਤਾਨ ਦੇ ਵਿੱਚ ਤੁਹਾਡੀ ਮੂਵਮੈਂਟ ਹੀ ਪੋਸੀਬਲ ਨਹੀਂ, ਹਿੰਦੁਸਤਾਨ 'ਚ ਤੁਸੀਂ ਕੈਦੀ ਹੋ। ਅਸੀਂ ਦੂਜੇ ਪਾਸੇ ਸਿੰਸ 1956 ਤੋਂ ਪੰਜਾਬ ਦਾ ਸਿਰਫ 2 ਸਾਲ ਛੱਡ ਕੇ ਪੰਜਾਬ ਦਾ ਸਿੱਖ ਚੀਫ ਮਿਨਿਸਟਰ ਬਣਿਆ, ਅੱਜ ਵੀ ਸਿੱਖ ਚੀਫ ਮਿਨਿਸਟਰ ਬਣਿਆ। ਲੇਕਿਨ ਪੰਜਾਬ ਦੀ ਵਿਕਾਸ ਦੇ ਵਿੱਚ ਇਹ ਸਿੱਖ ਦੱਸਣ ਲੀਡਰ ਸਾਡੇ ਵੀ ਕਿਸੇ ਨੂੰ ਵਿਚਾਰ ਕਰਨ ਕਿ ਇਹਨਾਂ ਨੇ ਕੀਤਾ ਕੀ ਹੈ ਸਾਡੇ ਲਈ। ਸਰ, ਬਿਲਕੁਲ ਕਿਸੇ ਵੱਖਰੇ ਮੁੱਦੇ ਤੇ ਆਪਾਂ ਗੱਲ ਕਰ ਲਾਂਗੇ। ਜਦੋਂ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਫਿਰ ਬਿਹਾਰ ਦੇ ਵਿਕਾਸ ਦੀ ਗੱਲ ਵੀ ਹੈ, ਦੂਜੇ ਸੂਬਿਆਂ ਦੀ ਗੱਲ ਹੈ। ਇਸ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ। ਪੰਜੋੜੀ ਜੀ, ਮੈਂ ਆ ਰਿਹਾ ਅਮਰਿੰਦਰ ਜੀ ਦੇ ਕਮੈਂਟਸ ਲੈ ਲਾਂ। ਅਮਰਿੰਦਰ ਜੀ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਉਧਰਲੇ ਪੰਜਾਬ ਦੀ ਗੱਲ ਕਰਦੇ ਹਾਂ, ਕਰਤਾਰਪੁਰ ਦਾ ਲਾਂਘਾ ਜਾਂ ਦੂਜੇ ਸਾਡੇ ਜਿਹੜੇ ਧਾਰਮਿਕ ਸਥਾਨ ਹੈਗੇ ਆ, ਜਦੋਂ ਦੋਨਾਂ ਮੁਲਕਾਂ 'ਚ ਨਫ਼ਰਤ ਦੀ ਰਾਜਨੀਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਟਾਰਗੇਟ ਸਾਡੇ ਧਾਰਮਿਕ ਸਥਾਨ ਬਣਦੇ ਆ ਤੇ ਅਸੀਂ ਬਣਦੇ ਹਾਂ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਸੜਕੀ ਰਸਤੇ ਖੁੱਲ੍ਹਦੇ ਤੇ ਸਾਡੇ ਲਈ ਵੀ ਆਵਾਜਾਈ ਹੁੰਦੀ, ਜਿੱਦਾਂ ਪੰਜੋੜੀ ਜੀ ਨੇ ਵੀ ਕਿਹਾ। ਜੀ ਅਮਰਿੰਦਰ ਜੀ। ਬਿਲਕੁਲ ਸਿੱਧੂ ਸਾਹਿਬ, ਲਾਲਪੁਰਾ ਸਾਹਿਬ ਦੀ ਪਹੁੰਚ ਦਿੱਲੀ ਤੱਕ ਹੈਗੀ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪਾਕਿਸਤਾਨ ਨੇ ਤਾਂ ਆਪਣੇ ਵੱਲੋਂ ਫਰਾਕ ਦਿੱਲੀ ਦਿਖਾ ਕੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹਿੰਦੁਸਤਾਨ ਦੇ ਸਿੱਖਾਂ ਲਈ ਖੋਲ੍ਹਤਾ ਹੈ, ਤੇ ਇਹ ਵੀ ਕੁਝ ਉਪਰਾਲਾ ਕਰਾਉਣ ਕਿ ਡੇਰਾ ਬਾਬਾ ਨਾਨਕ ਵੀ ਪਾਕਿਸਤਾਨ ਦੇ ਸਿੱਖਾਂ ਲਈ ਖੋਲ੍ਹ ਦਿੱਤਾ ਜਾਵੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਵੀ ਉਨੀ ਤੰਗ ਹੈ ਕਿ ਉਹ ਵੀ ਡੇਰਾ ਬਾਬਾ ਨਾਨਕ ਆ ਕੇ ਮੱਥਾ ਟੇਕਣ। ਕਿਉਂਕਿ ਵਿੱਚ ਸਿਰਫ ਇੱਕ ਰਾਵੀ ਹੈ, ਦੋਨੋਂ ਪਾਸੇ, ਇੱਕ ਪਾਸੇ ਡੇਰਾ ਬਾਬਾ ਨਾਨਕ ਹੈ, ਦੂਜੇ ਪਾਸੇ ਕਰਤਾਰਪੁਰ ਸਾਹਿਬ ਹੈ। ਇੱਕੋ ਹੀ ਜਗ੍ਹਾ, ਗੁਰਦੁਆਰਾ ਇੱਕੋ ਹੀ ਹੈ, ਲੇਕਿਨ ਵਿੱਚ ਦੀ ਰਾਵੀ ਲੰਘ ਗਈ ਹੈ ਉਹਦੇ। ਤੇ ਮੋਦੀ ਸਾਹਿਬ ਨੂੰ ਬੇਨਤੀ ਕਰਨ ਇਹ ਕਿ ਬਈ ਇਹ ਵੀ ਫਰਾਕ ਦਿੱਲੀ ਦਿਖਾਣ ਤੇ ਪਾਕਿਸਤਾਨ ਦੇ ਸਿੱਖਾਂ ਨੂੰ ਵੀ ਮੱਥਾ ਟੇਕਣ ਲਈ ਇੱਥੇ ਕੁਝ ਉਹਨਾਂ ਦਾ ਹੀਲਾ ਕਰਨ ਇਹ। ਤੇ ਦੂਸਰੀ ਗੱਲ ਮੈਂ ਬੇਨਤੀ ਕਰਾਂਗਾ ਕਿ ਬਈ ਲਾਲਪੁਰਾ ਸਾਹਿਬ ਨੇ ਵੀ ਕਿਹਾ ਕਿ ਵੀ ਸਾਡੇ ਬਜ਼ੁਰਗ ਸੀਗੇ, ਬੜੇ ਸੂਝਵਾਨ ਸੀਗੇ, ਇਹ ਉਹ ਇੱਦਾਂ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਹੈ। ਦੇਖੋ, ਮੈਂ ਮੰਨਦਾ ਹਾਂ ਕਿ ਬਈ ਕੀ ਅਸੀਂ ਰਾਜਾ ਹਰੀ ਸਿੰਘ ਤੋਂ ਵੀ ਮਾੜੇ ਹਾਂ? ਉਹਨੇ ਵੀ ਘੱਟੋ ਘੱਟ ਲਿਖਤੀ ਸਮਝੌਤਾ ਕੀਤਾ, ਸ਼ਰਤਾਂ ਵਿੱਚ ਰੱਖੀਆਂ ਕਿ ਵੀ ਮੈਂ ਇਹਨਾਂ ਸ਼ਰਤਾਂ ਤੇ ਤੁਹਾਡੇ ਨਾਲ ਆ ਰਿਹਾ ਤੇ ਇੱਦਾਂ ਮੇਰੀ ਜਿਹੜੀ ਰਿਆਇਆ ਹੈ ਕਿ ਮੇਰੀ ਕੌਮ ਦੇ ਲੋਕ ਇੱਦਾਂ ਰਹਿਣਗੇ, ਤੇ ਅਸੀਂ ਕੁਝ ਵੀ ਨਹੀਂ ਕੀਤਾ। ਤੇ ਅਸੀਂ ਫਿਰ ਵੀ ਜੇ ਸੋਲੇ ਗਾਣੇ ਆ ਤੇ ਗਾਈ ਜਾਓ, ਮੇਰੇ ਕੋਲੋਂ ਤਾਂ ਗਾਏ ਨਹੀਂ ਜਾਂਦੇ। ਤੇ ਦੂਸਰੀ ਗੱਲ ਇਹਨਾਂ ਨੇ ਕੀਤੀ ਹੈ ਕਿ ਸਾਨੂੰ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਮੈਂ ਤਾਂ ਇਸ ਤੋਂ ਵੀ ਅੱਗੇ ਸੋਚਦਾ ਕਿ ਆਪਾਂ ਨੇ ਹੁਣੇ ਦੇਖਿਆ ਕਿ ਤਾਲਿਬਾਨ ਵਰਗਾ, ਮਤਲਬ ਜਿਹਨੂੰ ਅਸੀਂ ਬਿਲਕੁਲ ਨੀਵੇਂ ਪੱਧਰ ਤੇ ਗਿਣਦੇ ਹਾਂ, ਉਹਨਾਂ ਨੇ ਆਪਣੀ ਜਿਹੜੀ ਕੁੜੱਤਣ ਹੈ, ਆਪਣੀ ਜਿਹੜੀ ਉਹਨਾਂ ਦੀ ਦੁਸ਼ਮਣੀ ਹੈ, ਆਪਣੇ ਭਰਾਵਾਂ ਨਾਲ ਭੁਲਾ ਕੇ ਇੱਕੋ ਟੇਬਲ ਤੇ ਉਹ ਬੈਠ ਗਏ ਆ ਕੇ। 10 ਦਿਨ ਪਹਿਲਾਂ ਤੱਕ ਉਹ ਇੱਕ ਦੂਜੇ ਦੀ ਜਾਨ ਦੇ ਪਿਆਸੇ ਸੀ, ਗੋਲੀਆਂ ਚਲਾ ਰਹੇ ਸੀਗੇ, ਤੇ ਅਸੀਂ ਮਤਲਬ ਸਾਡੇ ਪੱਲੇ ਕੁਝ ਵੀ ਨਹੀਂ, ਅਸੀਂ ਤਾਂ ਵੀ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਹਾਂ। ਤੇ ਸਾਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਆ ਕੇ ਕੁਛ ਨਾ ਕੁਛ ਕਰਨਾ ਚਾਹੀਦਾ, ਭਾਵੇਂ ਕਿਸੇ ਦੇ ਥੱਲੇ ਆ ਜਾਈਏ, ਪਰ ਅਸੀਂ ਇੱਕ ਜਗ੍ਹਾ ਤੇ ਆ ਜਾਈਏ ਤੇ ਸਿੱਖ ਕੌਮ ਦਾ ਕੁਝ ਭਲਾ ਹੋ ਜਾਏਗਾ। ਲੇਕਿਨ ਅਫਸੋਸ ਹੈ ਕਿ ਵੀ ਅਸੀਂ ਆ ਨਹੀਂ ਰਹੇ ਇੱਕ ਜਗ੍ਹਾ ਤੇ। ਸੋ ਇਹਦੇ ਵੱਲ ਸਾਨੂੰ ਕੰਮ ਕਰਨਾ ਚਾਹੀਦਾ। ਮੈਂ ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਵੀ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ, ਤੇ ਮੈਂ ਇਸ ਦੀ ਵੀ ਪ੍ਰੋੜਤਾ ਕਰਦਾ। ਪੰਜੋਲੀ ਸਾਹਿਬ ਦਾ ਵੀ ਇਹੀ ਮਤਲਬ ਰੁੱਖ ਹੈ ਕਿ
ਇੱਕ ਜਗ੍ਹਾ ਆਪਣੀ ਸਟਰੈਂਥ ਜਿਹੜੀ ਹੈ ਸ਼ੋਅ ਕਰਨੀ ਚਾਹੀਦੀ ਹੈ, ਸਾਨੂੰ ਬਿਲਕੁਲ ਕਰਨੀ ਚਾਹੀਦੀ ਹੈ ਇੱਕ ਜਗ੍ਹਾ ਸਟਰੈਂਥ ਆਪਣੀ ਸ਼ੋਅ। ਜੀ ਜੀ ਪੰਜੋਲੀ ਸਾਹਿਬ, ਤੁਸੀਂ ਆਪਣੇ ਕਮੈਂਟ ਦੇਣਾ ਚਾਹੁੰਦੇ ਸੀ। ਅਮਰਿੰਦਰ ਜੀ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਤਾਕਤ ਜਿਹੜੀ ਹੈਗੀ ਹੈ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਅੱਗੇ ਵਧਣਾ ਚਾਹੀਦਾ ਹੈ। ਜੀ ਪੰਜੋਲੀ ਜੀ। ਸਿੱਧੂ ਸਾਹਿਬ, ਮੈਂ ਅਸਲ ਵਿੱਚ ਇਹ ਗੱਲ ਕਰਨੀ ਚਾਹੁੰਦਾ ਸੀ, ਜਿਹੜੀ ਗੱਲ ਦਾ ਜ਼ਿਕਰ ਤੁਸੀਂ ਪਹਿਲਾਂ ਕੀਤਾ ਕਿ ਜਦੋਂ ਵੀ ਕਦੇ ਹਾਲਾਤ ਇਹੋ ਜਿਹੇ ਹੁੰਦੇ ਨੇ, ਪੰਜਾਬ ਨੂੰ ਕਿਉਂ ਕਿਹਾ ਜਾਂਦਾ ਕਿ ਇੱਥੇ ਅਮਨ ਸ਼ਾਂਤੀ ਭੰਗ ਹੋ ਰਹੀ ਹੈ। ਅਸਲ ਇਹਦੀ ਕਹਾਣੀ ਇਹ ਹੈ ਕਿ ਜੰਮੂ ਕਸ਼ਮੀਰ ਦੀ ਹਾਲਤ ਵੀ ਇਹੀ ਹੈ, ਪੰਜਾਬ ਦੀ ਵੀ ਇਹੀ ਹੈ। ਜਦੋਂ ਜੰਮੂ ਕਸ਼ਮੀਰ ਦੇ ਅੰਦਰ ਉਹ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ, ਪੰਜਾਬ ਵੱਧ ਅਧਿਕਾਰਾਂ ਦੀ ਗੱਲ ਕਰਦਾ, ਇਹਦੇ ਲਈ ਕੋਈ ਜੰਗ ਲੜਨ ਦਾ ਯਤਨ ਕਰਦਾ, ਜੱਦੋ ਜਹਿਦ ਕਰਨ ਦਾ ਯਤਨ ਕਰਦਾ, ਉਦੋਂ ਹੀ ਸਾਨੂੰ ਖਾਲਿਸਤਾਨੀ, ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਕਰਦਾਨਿਆ ਜਾਂਦਾ ਹੈ। ਇਹ ਗੱਲ ਜਿਹੜੀ ਆ ਮਾਈਨੋਰਿਟੀ ਦੇ ਉੱਤੇ ਬੇਵਿਸ਼ਵਾਸੀ ਦਾ ਪ੍ਰਗਟਾਵਾ ਹੈ ਬਹੁ ਗਿਣਤੀ ਵੱਲੋਂ। ਇਹ ਗੱਲ ਚਿੰਤਾਜਨਕ ਹੈ। ਅੱਜ ਦੇਸ਼ ਦੇ ਅੰਦਰ ਇਹ ਗੱਲ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ, ਭਾਵੇਂ ਕੋਈ ਬੀਜੇਪੀ ਨੇ ਇਹੋ ਜਿਹਾ ਠੋਸ ਫੈਸਲਾ ਸਿੱਖ ਪੰਥ ਦੇ ਵਿਰੋਧ ਵਿੱਚ ਨਹੀਂ ਕੀਤਾ, ਲੇਕਿਨ ਜਿਸ ਪਾਸੇ ਨੂੰ ਉਹ ਤੁਰੇ ਹੋਏ ਨੇ, ਉਹਨਾਂ ਦੇ ਤੁਰਨ ਤੋਂ ਇਦਾਂ ਲੱਗਦਾ ਕਿ ਮਾਈਨੋਰਿਟੀ ਜਿਹੜੀ ਆ ਉਹ ਦਹਿਸ਼ਤ ਵਿੱਚ ਹੈ, ਹਿੰਦੁਸਤਾਨ ਹਿੰਦੂ ਰਾਸ਼ਟਰ ਬਣਦਾ ਜਾ ਰਿਹਾ। ਇਹ ਗੱਲ ਕਿਸੇ ਨਾ ਕਿਤੇ ਚਿੰਤਾਜਨਕ ਹੈ। ਇਹ ਘੱਟ ਗਿਣਤੀਆਂ ਦੇ ਮਨਾਂ ਵਿੱਚੋਂ ਇਹ ਸ਼ੰਕੇ ਕੱਢਣੇ ਚਾਹੀਦੇ ਨੇ, ਪਰ ਇਹ ਕੱਢੇ ਜਾ ਨਹੀਂ ਰਹੇ। ਕਿਉਂਕਿ ਕੱਢੇ ਇਸ ਕਰਕੇ ਨਹੀਂ ਜਾ ਰਹੇ, ਜਦੋਂ ਜੰਮੂ ਕਸ਼ਮੀਰ ਦੇ ਵੀ ਧਾਰਾ 370 ਤੋੜ ਦਿੱਤੀ ਗਈ ਤੇ ਇਹ ਸਗੋਂ ਘੱਟ ਗਿਣਤੀਆਂ ਦੇ ਹਿਰਦੇ ਵਿੱਚ ਹੋਰ ਜਿਹੜੀ ਮਤਲਬ ਬੇਗਾਨਗੀ ਦੀ ਭਾਵਨਾ ਪੈਦਾ ਕਰ ਦਿੱਤੀ ਗਈ। ਹੁਣ ਬਾਬਰੀ ਮਸਜਿਦ ਢਾਹ ਕੇ ਮੰਦਿਰ ਬਣਾਇਆ ਗਿਆ, ਤੇ ਜੇ ਮੰਦਿਰ ਬਾਬਰੀ ਮਸਜਿਦ ਦੇ ਨਾਲੇ ਬਣਾ ਦਿੱਤਾ ਜਾਂਦਾ ਵੱਖਰੀ ਥਾਂ ਤੇ, ਤਾਂ ਉਹ ਗੱਲ ਕਿਤੇ ਚੰਗੀ ਸੀ। ਮੈਂ ਸਮਝਦਾ ਉਹ ਗੱਲ ਐਡੀ ਵਧੀਆ ਹੋਣੀ ਸੀ ਕਿ ਪੂਰੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਬੀਜੇਪੀ ਆਪਣੀ ਗਲਵੱਕੜੀ ਵਿੱਚ ਲੈ ਸਕਣ ਦੇ ਸਮਰੱਥ ਹੋ ਸਕਦੀ ਸੀ। ਲੇਕਿਨ ਬਾਬਰੀ ਜਿਹੜੀ ਗਲਤੀ ਬਾਬਰ ਨੇ ਕੀਤੀ, ਉਹੀ ਗਲਤੀ ਅੱਜ ਮੋਦੀ ਸਾਹਿਬ ਨੇ ਕੀਤੀ। ਤੇ ਮੈਂ ਸਮਝਦਾ ਵੀ ਇਹ ਗੱਲ ਮਾਈਨੋਰਿਟੀ ਜਿਹੜੀ ਆ, ਘੱਟ ਗਿਣਤੀ ਲੋਕ ਜਿਹੜੇ ਨੇ, ਉਹਨਾਂ ਦੇ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਕਰਦੀ ਹੈ। ਮੈਂ ਇਹ ਸਮਝਦਾ ਜਦੋਂ ਵੀ ਕਦੇ ਪੰਜਾਬ ਨੇ ਆਪਣੇ ਹਿੱਤਾਂ ਦੀ ਗੱਲ ਕੀਤੀ ਹੈ, ਜੰਗ ਲੜਨ ਦਾ ਯਤਨ ਕੀਤਾ ਆਪਣੇ ਹਿੱਤਾਂ ਲਈ, ਉਦੋਂ ਹੀ ਇੱਥੇ ਵੀ ਜੀ ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ, ਜੀ ਇਹ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦਾ ਪਾਕਿਸਤਾਨ। ਇਹ ਗੱਲਾਂ ਕਿਤੇ ਨਾ ਕਿਤੇ ਚਿੰਤਾਜਨਕ ਨੇ। ਇਹਨਾਂ ਦਾ ਵੀ ਜ਼ਿਕਰ ਜਿਹੜਾ ਕਿਤੇ ਨਾ ਕਿਤੇ ਲਾਲਪੁਰਾ ਸਾਹਿਬ ਤੁਸੀਂ ਜਦੋਂ ਮੀਟਿੰਗ 'ਚ ਬੈਠਦੇ ਹੋ ਜ਼ਰੂਰ ਕਰਨ ਦਾ ਯਤਨ ਕਰਿਓ ਕਿ ਇਹ ਬੇਵਿਸ਼ਵਾਸੀ ਜਿਹੜੀ ਵੱਧ ਰਹੀ ਹੈ ਮਾਈਨੋਰਿਟੀ ਅੰਦਰ, ਇਹ ਜ਼ਰੂਰ ਕਿਤੇ ਨਾ ਕਿਤੇ ਨੂੰ ਦੂਰ ਕਰਨ ਦਾ ਯਤਨ ਕਰੋ। ਜੀ ਲਾਲਪੁਰਾ ਸਾਹਿਬ, ਇਸ ਡਿਬੇਟ ਦੇ ਆਖਰੀ ਕਮੈਂਟਸ ਤੁਹਾਡੇ ਵੱਲੋਂ। ਲਾਲਪੁਰਾ ਜੀ। ਸਿੱਧੂ ਸਾਹਿਬ, ਜੋ ਪੰਜੋਲੀ ਸਾਹਿਬ ਨੇ ਆਖੀ ਹੈ ਨਾ ਗੱਲ, ਅਸੀਂ ਹਮੇਸ਼ਾ ਹੀ ਬਹਿ ਕੇ ਗੱਲ ਕਰਦੇ ਹਾਂ। ਪਿੱਛੇ ਮੈਂ ਇੱਕ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਸੀ ਕਿ ਸਿੱਖਾਂ ਦੇ ਪ੍ਰਤੀ ਜਿਹੜੇ ਬੇਗਾਨਗੀ ਦਾ ਆਲਮ ਉਹਨਾਂ ਦੇ ਮਨਾਂ 'ਚ ਬਹਿ ਗਿਆ, ਆਪਾਂ ਨੂੰ ਇਹ ਮਿਲ ਕੇ ਖਤਮ ਕਰਨਾ ਚਾਹੀਦਾ। ਗੱਲ ਇਹ ਹੈ, ਕੁਝ ਫੋਰਸਿਸ ਇਹ ਚਾਹੁੰਦੀਆਂ ਨੇ ਕਿ ਇਹ ਬੇਗਾਨਗੀ ਦਾ ਆਲਮ ਬਣਿਆ ਰਹੇ। ਉਹ ਕਿਹੜੀਆਂ ਫੋਰਸਿਸ ਨੇ, ਮੈਂ ਇੱਕ ਤੁਹਾਡੇ ਧਿਆਨ 'ਚ ਲਿਆ ਦਿਆਂ। ਸਿੰਘ ਸਭਾ ਲਹਿਰ ਚੱਲੀ, ਸਰਦਾਰ ਠਾਕਰ ਸਿੰਘ ਸੰਧਾਵਾਲੀਆ ਨੇ ਸ਼ੁਰੂ ਕੀਤੀ, ਔਰ ਉਹ ਇਹ ਸੀ ਕਿ ਬੱਚੇ ਜਿਹੜੇ ਹੈ ਮਿਸ਼ਨ ਸਕੂਲ ਦੇ ਅੰਮ੍ਰਿਤਸਰ 4 ਬੱਚਿਆਂ ਨੂੰ ਕ੍ਰਿਸਚੀਅਨ ਬਣਾ ਲਿਆ ਗਿਆ। ਉਸ ਵੇਲੇ ਦਾ ਫੈਸਲਾ ਸੀ ਅੰਗਰੇਜ਼ ਸਰਕਾਰ ਦਾ ਕਿ ਅਸੀਂ 20 ਸਾਲ ਦੇ ਵਿੱਚ ਮਾਝੇ ਦੇ ਵਿੱਚੋਂ ਸਿੱਖੀ ਖਤਮ ਕਰ ਦਿਆਂਗੇ। ਇਹਨਾਂ ਦੀਆਂ ਫੋਟੋਆਂ ਹੈਟ ਵਾਲੀਆਂ ਬੱਚੇ ਪਾ ਕੇ ਦੇਖਿਆ ਕਰਨਗੇ ਕਿ ਇਹੋ ਜਿਹੇ ਸਾਡੇ ਬਜ਼ੁਰਗ ਹੁੰਦੇ ਸੀ। ਅੱਜ ਵੀ ਪੰਜਾਬ ਦੇ ਵਿੱਚ ਜਿਹੜੀਆਂ ਮਿਸ਼ਨਰੀਜ਼ ਹੈਗੇ ਆ, ਉਹ ਦਾੜੀ ਕੇਸਾਂ ਵਾਲੇ ਸਿੱਖਾਂ ਨੂੰ ਕਨਵਰਟ ਕਰ ਰਹੇ ਆ ਕ੍ਰਿਸਚੀਅਨਿਟੀ ਦੇ ਵਿੱਚ। ਦੂਜੇ ਪਾਸੇ ਵੀ ਜਾ ਰਹੇ, ਆਪਾਂ ਸੁਣ ਰਹੇ ਹਾਂ। ਮੇਰੀ ਬੇਨਤੀ ਸੁਣ ਲਿਓ ਜੀ। ਸਰ ਪਤਾ ਕੀ ਹੈ ਸਰ, ਦੇਖੋ ਜੀ ਕੀ ਅਸੀਂ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਸਾਡੀਆਂ, ਪੰਜਾਬ 'ਚ ਸਾਡੀ ਸਰਕਾਰ, ਕੇਂਦਰ 'ਚ ਸਾਡੀ ਸਰਕਾਰ, ਜਿਹੜੇ ਮਿਸ਼ਨਰੀਆਂ ਦੀ ਗੱਲ ਕਰਦੇ ਆ, ਪ੍ਰਚਾਰਕ ਹੋਣਗੇ, ਕਿਤੇ ਕੁਝ ਕੀਤਾ ਹੋਏਗਾ। ਆਪਾਂ ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਪਰ ਡੋਮੀਨੈਂਸੀ ਕਿਹਨਾਂ ਦੀ ਹੈ? ਜਿਹੜੀ ਗੱਲ ਪੰਜੋਲੀ ਸਾਹਿਬ ਨੇ ਕੀਤੀ ਹੈ ਨਾ ਜੀ, ਉਹਨਾਂ ਨੇ ਮਿਸ਼ਨਰੀਆਂ ਵੱਲੋਂ ਖਤਰਾ ਨਹੀਂ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੀ ਬਹੁ ਗਿਣਤੀ ਹੈ ਉਹਦੇ ਕਰਕੇ ਘੱਟ ਗਿਣਤੀਆਂ ਆਸ ਰੱਖਤਾ। ਲਾਲਪੁਰਾ ਜੀ, ਸਵਾਲ ਇਹ ਹੈ, ਸਵਾਲ ਮਿਸ਼ਨਰੀਆਂ ਵਾਲਾ ਨਹੀਂ ਕੀਤਾ ਉਹਨਾਂ ਨੇ। ਮੈਂ ਸਿੱਧੂ ਸਾਹਿਬ ਇੱਕੋ ਗੱਲ ਕਰਦਾ ਜੀ, ਅਸੀਂ ਅੰਦਰ ਆਲੇ ਦੁਆਲੇ ਝਾਤੀ ਮਾਰੀਏ ਵੀ ਕਿੰਨੇ ਸਿੱਖ ਜਿਹੜੇ ਆ ਉਹ ਬੀਜੇਪੀ ਨੇ ਹਿੰਦੂ ਬਣਾਏ। ਕਦੇ ਆਪਾਂ ਝਾਤੀ ਮਾਰੀ ਬਈ ਇੱਕ ਵੀ ਕਨਵਰਟ ਹੋਇਆ ਹਿੰਦੂਇਜ਼ਮ ਚੋਂ? ਕਿ ਅੱਜ ਵੀ ਸਾਡੇ ਜਿਹੜੇ ਹਿੰਦੂ ਹੈ ਸਿੱਖਾਂ 'ਚ ਕਨਵਰਟ ਹੋ ਰਿਹਾ? ਨਹੀਂ, ਮੈਂ ਅੱਜ ਵੀ ਇਹ ਕਹਿੰਦੇ ਨੇ ਵੀ ਹਿੰਦੂ ਸਿੱਖ ਜਿਹੜੇ ਨੇ ਹਿੰਦੂਆਂ ਦਾ ਹਿੱਸਾ ਹੀ ਨੇ, ਇਸ ਕਰਕੇ ਕੇਸਾਧਾਰੀ ਹਿੰਦੂ ਹੈ। ਆਪੇ ਕਹੀ ਜਾਂਦੇ ਨੇ ਉਹ ਨਹੀਂ। ਦੇਖੋ ਜਦੋਂ ਸਾਡਾ ਕਾਨੂੰਨ ਵੱਖਰਾ ਹੈ, ਦੇਖੋ ਮਾਈਨੋਰਿਟੀ ਕਮਿਸ਼ਨ ਬਣਿਆ ਹਿੰਦੂਆਂ ਦੇ,
ਉੱਥੇ ਉਹਨਾਂ ਨੇ ਲਿਖ ਕੇ ਦਿੱਤਾ 2002 ਦੇ ਵਿੱਚ ਕਿ ਅਸੀਂ ਸਿੱਖ ਨੂੰ ਇੱਕ ਵੱਖਰੀ ਕੌਮ ਮੰਨਦੇ ਆ। ਪੰਚਮ ਪਾਤਸ਼ਾਹ ਨੇ 1136 ਅੰਗ ਦੇ ਉੱਤੇ ਸਪਸ਼ਟ ਕੀਤਾ ਹੈ ਕਿ ਨਾ ਹਜ ਕਾਬੇ ਜਾਊ ਨਾ ਮੂਰਤ ਪੂਜਾ, ਏਕੂ ਸੇਵੀ ਅਵਰ ਨਾ ਦੂਜਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਅਸੀਂ ਤਾਂ ਰਿਚੁਅਲਿਜ਼ਮ ਦੇ ਵਿੱਚ ਅਸੀਂ ਇੱਕ ਵੱਖਰੀ ਕੌਮ ਹੈਗੀ ਹੈ, ਅਸੀਂ ਕਿਹੜੇ ਤੋਂ ਸਰਟੀਫਿਕੇਟ ਲੈਣਾ ਚਾਹੁੰਦੇ ਆ? ਅਸੀਂ ਆਪਣੇ ਅੰਦਰ ਹਿੰਮਤ ਪੈਦਾ ਕਰੀਏ, ਹਾਂਜੀ, ਆਪਣੀ ਗੱਲ ਕਹਿਣ ਦੀ ਹਿੰਮਤ ਰੱਖੀਏ। ਥੈਂਕ ਯੂ ਵੈਰੀ ਮਚ ਲਾਲਪੁਰਾ ਸਾਹਿਬ। ਸਮਾਂ ਜਾਤ ਨਹੀਂ ਰਿਹਾ, ਬਹੁਤ ਧੰਨਵਾਦ ਪੰਜੋਲੀ ਸਾਹਿਬ, ਲਾਲਪੁਰਾ ਸਾਹਿਬ, ਅਮਰਿੰਦਰ ਜੀ, ਤਿੰਨਾਂ ਮਹਿਮਾਨਾਂ ਦਾ ਮੈਂ ਧੰਨਵਾਦੀ ਹਾਂ। ਜਿਸ ਮੁੱਦੇ ਤੇ ਆਪਾਂ ਗੱਲ ਕੀਤੀ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ, ਜਿੱਦਾਂ ਪਾਕਿਸਤਾਨ ਨੇ ਫੈਸਲਾ ਲਿਆ, ਲਾਲਪੁਰਾ ਜੀ ਦਾ ਕਹਿਣਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਵੀ ਉਹਦੇ ਮੁਤਾਬਕ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਦੇਗੀ ਇਜਾਜ਼ਤ, ਇਸ ਦਿਨ ਦੇ ਲਈ ਰਹੇਗੀ ਇੰਤਜ਼ਾਰ। ਇੱਕ ਸਵਾਲ ਜਿਹੜਾ ਪੰਜੋਲੀ ਜੀ ਨੇ ਖੜਾ ਕੀਤਾ ਕਿ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਕਿਉਂ ਮਹਿਸੂਸ ਕਰਦੀਆਂ, ਹਾਕਮ ਧਿਰਾਂ ਇਸ ਮੁੱਦੇ ਤੇ ਦੇਣਗੀਆਂ ਜਵਾਬ ਕਿ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਮਾਹੌਲ ਬਦਲੇਗਾ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਤਾਂ ਹਾਂ ਹੀ, ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।